सत श्री अकाल जी। मुद्दे की बात दे विच तुहाडा स्वागत है ते मैं हाँ तुहाडे नाल कृष्ण सिंह ते चर्चा कर रहे हैं असीं अज बड़े सैंसिटिव इशू ते नंदेड़ साहब तो जो श्रद्धालु पंजाब पहुंचे उन्हां दे विच करोना की पुष्टि हुई है। 8 श्रद्धालु ने जिन्हां दा इलाज चल रहा है, पर इस तो बाद कई तरह के सवाल जरूर खड़े होंदे ने जिन्हां ते असीं विश्लेषण करांगे। ਤੇ ਪੰਜਾਬ ਵਿੱਚ ਹੁਣ ਵਾਇਆ ਨੰਦੇੜ ਕਰੋਨਾ ਵਾਇਰਸ ਫੈਲਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਕਰੋਨਾ ਦੇ ਬੱਦਲ ਕਿਤੇ ਨਾ ਕਿਤੇ ਸੰਕਟ ਦੇ ਵਿੱਚ ਹੋਰ ਸਾਨੂੰ ਪਾ ਸਕਦੇ ਨੇ, ਕਿਉਂਕਿ ਇੱਕ ਪਾਸੇ ਜਿੱਥੇ ਸਰਕਾਰ ਇਸ ਸੰਕਟ ਦੇ ਵਿੱਚੋਂ ਨਿਕਲਣ ਦੇ ਲਈ ਯਤਨ ਕਰ ਰਹੀ ਹੈ ਤੇ ਦੂਜੇ ਪਾਸੇ ਆਖਰਕਾਰ ਗਲਤੀ ਕਿਸ ਦੀ ਹੈ, ਇਸ ਤੇ ਵਿਸ਼ਲੇਸ਼ਣ ਹੋਊਗਾ ਤੇ ਕਿਸ ਤਰ੍ਹਾਂ ਇਸ ਮਸਲੇ ਤੇ ਹੱਲ ਪਾਇਆ ਜਾਵੇ। ਨੰਦੇੜ ਸਾਹਿਬ ਤੋਂ ਪਰਤੇ ਕੁਝ ਸ਼ਰਧਾਲੂਆਂ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ। ਤਰਨਤਾਰਨ ਤੋਂ 2 ਹੋਰ ਸ਼ਰਧਾਲੂਆਂ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ। ਪੋਜ਼ਿਟਿਵ ਪਾਏ ਗਏ ਮਰੀਜ਼ਾਂ ਵਿੱਚ ਇੱਕ 11 ਸਾਲ ਦਾ ਬੱਚਾ ਹੈ ਅਤੇ ਇੱਕ 60 ਸਾਲ ਦਾ ਬਜ਼ੁਰਗ ਸ਼ਾਮਲ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀ 6 ਹੋਰ ਸ਼ਰਧਾਲੂਆਂ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਤਰਨਤਾਰਨ ਦੇ ਏਡੀਸੀ ਨੇ ਦੱਸਿਆ ਕਿ ਹਰ ਸ਼ਰਧਾਲੂ ਦੀ ਸਕਰੀਨਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਘਰ ਵਾਪਸ ਭੇਜਿਆ ਜਾ ਰਿਹਾ ਹੈ। ਵੱਡਾ ਸਵਾਲ ਇਹੀ ਹੈ ਕਿ ਸਕਰੀਨਿੰਗ जो कर दी गई श्रद्धालुओं की उन्होंने घर भेज दिता गया। सरकार का कितना किते उपराला बनता सी कि उन्होंने एकांतवास में रखा जाना चाहिए सी। जिस तरह नाल ये रिपोर्ट पॉजिटिव आई है हुण श्रद्धालुओं की, ते अमृतसर तो भी कुछ इस तरह का मामला सामने है कि श्रद्धालुओं को भेज दिता गया तो जिन्हां दी रिपोर्ट है हुण पॉजिटिव आई है तो हुण श्रद्धालुओं को घरां तो वापस लियाउण दा सिलसिला भी शुरू हो चुका है। कोई 11 बंदे ਜਿਹੜੇ ਪਿਛਲੇ ਗੱਡੀਆਂ 'ਚ ਆਏ ਸੀਗੇ, ਠੀਕ ਹੈ, ਉਹਨਾਂ ਦੇ ਵਿੱਚੋਂ ਅਸੀਂ 11 ਲੋਕਾਂ ਨੂੰ ਉੱਥੋਂ ਲਿਆ ਸੀਗਾ ਰਾਤ ਨੂੰ ਤੇ ਇਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ 'ਚ ਲਿਆਂਦਾ ਗਿਆ ਸੀ। ਉਹਨਾਂ 'ਚੋਂ 2 ਜਿਹੜੇ ਪੋਜ਼ਿਟਿਵ ਪਾਏ ਗਏ ਆ ਤੇ 167 ਜਿਹੜੇ ਸ਼ਰਧਾਲੂ ਹੈ ਸਾਡੇ ਉਹ ਹਜੂਰ ਸਾਹਿਬ ਤੋਂ ਆ ਚੁੱਕੇ ਆ, ਜਿਨ੍ਹਾਂ ਨੂੰ ਅਸੀਂ ਇੱਥੇ ਮਾਈ ਭਾਗੋ ਨਰਸਿੰਗ ਕਾਲਜ ਦੇ ਵਿੱਚ ਰੱਖਿਆ ਗਿਆ ਹੈ। ਉਹਨਾਂ ਦੇ ਲਈ ਵੀ ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਤੇ ਉਹਨਾਂ ਦੀਆਂ ਜਿਹੜੀਆਂ ਟੈਸਟ ਜਿਹੜੇ ਹੈਗਾ ਅਸੀਂ ਜਿਹੜੇ ਉਹ ਲੈਣੇ ਸ਼ੁਰੂ ਕਰ ਦਿੱਤੇ ਗਏ ਆ ਤੇ ਜਿੱਦਾਂ ਜਿੱਦਾਂ ਉਹਨਾਂ ਦੀਆਂ ਟੈਸਟਾਂ ਦੀਆਂ ਰਿਪੋਰਟਾਂ ਆਉਣਗੀਆਂ ਉਹਨਾਂ ਦੇ ਵਿੱਚ ਜਿਹੜੇ ਕੋਈ ਪੋਜ਼ਿਟਿਵ ਆਉਣਗੇ ਉਹਨਾਂ ਨੂੰ ਅਸੀਂ ਆਈਸੋਲੇਸ਼ਨ ਵਾਰਡ ਦੇ ਵਿੱਚ ਲਵਾਂਗੇ, ਜਿਹੜੇ ਨੈਗੇਟਿਵ ਆਉਣਗੇ ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾਊਗਾ। 35 ਦਿਨਾਂ ਤੋਂ ਲਗਾਤਾਰ ਗ੍ਰੀਨ ਜ਼ੋਨ ਬਣੇ ਤਰਨਤਾਰਨ ਦੇ ਵਿੱਚ ਹੁਣ ਕਰੋਨਾ ਮਰੀਜ਼ਾਂ ਦੀ ਗਿਣਤੀ 8 ਹੋ ਚੁੱਕੀ ਹੈ। 2 ਨਵੇਂ ਮਾਮਲੇ ਸਾਹਮਣੇ ਆਏ ਨੇ ਖੇਮਕਰਨ ਤੋਂ। ਸ਼੍ਰੀ ਹਜੂਰ ਸਾਹਿਬ ਤੋਂ ਲੋਟੇ ਇਹ ਦੋਵੇਂ ਸ਼ਰਧਾਲੂ ਜਿਹੜੇ ਨੇ ਕਰੋਨਾ ਪੋਜ਼ਿਟਿਵ ਨਿਕਲੇ ਨੇ। ਇਹਨਾਂ 'ਚੋਂ 11 ਸਾਲ ਦਾ ਇੱਕ ਬੱਚਾ ਤੇ 60 ਸਾਲ ਦਾ ਇੱਕ ਸੀਨੀਅਰ ਸਿਟੀਜ਼ਨ ਸ਼ਾਮਿਲ ਹੈ। ਇਸੇ ਤਰ੍ਹਾਂ ਕੱਲ ਵੀ ਜਿਹੜੇ ਨੇ 5 ਮਾਮਲੇ ਸਾਹਮਣੇ ਆਏ ਸੀ ਜਿਹੜੇ ਸ਼੍ਰੀ ਹਜੂਰ ਸਾਹਿਬ ਤੋਂ ਲੋਟੇ ਸੀ, ਜਿਹੜੇ ਇੱਥੋਂ ਦੇ ਪਿੰਡ ਸੁਰ ਸਿੰਘ ਦੇ ਦੱਸੇ ਜਾ ਰਹੇ ਸੀ। ਉਸ ਤੋਂ ਇਲਾਵਾ ਇੱਕ ਮਹਿਲਾ ਬਾਸਰ ਕੇ ਪਿੰਡ ਦੀ ਸੀ, ਉਹ ਵੀ ਕਰੋਨਾ ਪੋਜ਼ਿਟਿਵ ਨਿਕਲੀ। ਫਿਲਹਾਲ ਕੁੱਲ 8 ਮਾਮਲੇ ਜਿਹੜੇ ਨੇ ਹੁਣ ਤਰਨਤਾਰਨ ਦੇ ਕਰੋਨਾ ਪੋਜ਼ਿਟਿਵ ਸਾਹਮਣੇ ਆਏ ਨੇ। ਫਿਲਹਾਲ ਜਿੰਨੇ ਵੀ ਮਰੀਜ਼ ਨੇ ਇਹਨਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਨੇ ਰਿਪੋਰਟਾਂ ਜਿਹੜੀਆਂ ਭੇਜੀਆਂ ਗਈਆਂ ਸੀ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਹਾਲ ਸ਼੍ਰੀ ਹਜੂਰ ਸਾਹਿਬ ਤੋਂ ਤਰਨਤਾਰਨ ਦੇ ਵਿੱਚ ਇਸ ਪਰ 200 ਦੇ ਲਗਭਗ ਸ਼ਰਧਾਲੂ ਜਿਹੜੇ ਨੇ ਹੁਣ ਤੱਕ ਵਾਪਸ ਪਰਤੇ ਨੇ, ਜਿਨ੍ਹਾਂ ਨੂੰ ਜਿਹੜੇ ਇੱਥੇ ਜਿਹੜੇ ਕੁਆਰੰਟਾਈਨ ਸੈਂਟਰ ਬਣਾਏ ਗਏ ਸੀ ਉਹਨਾਂ 'ਚ ਰੱਖਿਆ ਗਿਆ ਹੈ। ਫਿਲਹਾਲ ਇੱਥੋਂ ਦੇ ਡੀਸੀ ਪ੍ਰਦੀਪ ਕੁਮਾਰ ਸਬਰਵਾਲ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਹਰ ਇੱਕ ਬੰਦੋਬਸਤ ਉੱਥੇ ਕੀਤਾ ਗਿਆ, ਚਾਹੇ ਖਾਣ ਪੀਣ ਦਾ ਹੋਏ, ਚਾਹੇ ਕਿਸੇ ਚੀਜ਼ ਦੀ ਦਵਾ ਦੀ ਜ਼ਰੂਰਤ ਹੋਏ। ਇਹ ਸਾਰੇ ਜਿੰਨੇ ਵੀ ਕੁਆਰੰਟਾਈਨ ਸੈਂਟਰ ਨੇ ਉਹਨਾਂ ਵਿੱਚ ਹਰ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ। ਫਿਲਹਾਲ 8 ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਕਿਉਂਕਿ ਤਰਨਤਾਰਨ ਗ੍ਰੀਨ ਜ਼ੋਨ ਸੀ, 8 ਮਾਮਲੇ ਇੱਕੋ ਦਮ ਸਾਹਮਣੇ ਆਉਣ ਤੋਂ ਬਾਅਦ ਤਰਨਤਾਰਨ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ। ਤੁਸੀਂ ਮੇਰੇ ਪਿੱਛੇ ਦੇਖੋਗੇ ਕਿ ਪੂਰੀ ਇਸ ਸਮੇਂ ਜਿਹੜੇ ਨੇ ਹਰ ਇੱਕ ਚੁਰਾਹੇ ਤੇ ਇਸ ਤਰ੍ਹਾਂ ਦੇ ਤੁਹਾਨੂੰ ਨਾਕੇ ਮਿਲਣਗੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ। ਖਾਸ ਕਰਕੇ ਜਿਹੜੇ ਐਂਟਰੀ ਪੁਆਇੰਟ ਨੇ, ਜਿਹੜੇ ਤਰਨਤਾਰਨ ਦੇ ਐਂਟਰੀ ਪੁਆਇੰਟ ਨੇ, ਚਾਹੇ ਉਹ ਅੰਮ੍ਰਿਤਸਰ ਤੋਂ ਐਂਟਰੀ ਹੋਏ, ਚਾਹੇ ਕਪੂਰਥਲੇ ਤੋਂ ਹੋਏ, ਚਾਹੇ ਫਿਰੋਜ਼ਪੁਰ ਤੋਂ ਹੋਏ, ਐਂਟਰੀ ਪੁਆਇੰਟ ਖਾਸ ਕਰਕੇ ਸੀਲ ਕੀਤੇ ਗਏ ਨੇ ਤਾਂ ਕਿ ਬਾਹਰੋਂ ਕੋਈ ਬੰਦਾ ਜਿਹੜਾ ਬਿਨਾਂ ਕਿਸੇ ਪਾਸ ਦੇ ਅੰਦਰ ਨਾ ਆ ਸਕੇ। ਤਰਨਤਾਰਨ ਤੋਂ ਮਨੀਸ਼ ਸ਼ਰਮਾ, ਜ਼ੀ ਮੀਡੀਆ। सो एक पासे 20 मैंबरी टास्क फोर्स कमेटी अपनी रिपोर्ट सौंप चुकी है कि इस मसले ते किस तरह करफ्यू पंजाब विच लग्या होया है। सुझाव दिते गए ने कि बाहर किस तरह निकलिया जाए। तो उधर करोना के संकट छाए हुए ने। सेहत मंत्री बलबीर सिंह सिद्धू ने साफ कर दिता है कि प्रशासन वालों हर श्रद्धालु की टैसटिंग की जाएगी। उन्होंने कहा कि माहौल खराब करने वालों खिलाफ सख्त कार्रवाई की जाएगी।
एक छोटी गड्डी च 17 लोग आए और 17 लोग जो तरनताਰਨ डिस्ट्रिक्ट ਨੂੰ ਬਿਲੋਂਗ ਕਰਦੇ ਸੀ। ਤਰਨਤਾਰਨ ਡਿਸਟ੍ਰਿਕਟ ਗ੍ਰੀਨ ਜ਼ੋਨ ਦੇ ਵਿੱਚ ਸੀ, ਉੱਥੇ ਹਾਲ ਤੱਕ ਇੱਕ ਵੀ ਪੇਸ਼ੈਂਟ ਨਹੀਂ ਸੀ ਆਇਆ, ਪਰ ਉਹਨਾਂ ਨੇ ਕੱਲ ਆ ਕੇ ਉਹਨੂੰ ਬੜਾ ਇਨਫੈਕਟਡ ਕਰਤਾ ਹੈ ਕਿ 5 ਇਕੱਠੇ ਹੋਏ ਤੇ 3 ਅੱਜ ਹੋ ਗਏ ਨੇ, 8 ਬੰਦੇ ਉੱਥੋਂ ਦੇ ਜਿਹੜੇ ਕਿ 2 ਅੱਜ ਹੋ ਗਏ ਨੇ, 7 ਬੰਦੇ ਇਕੱਲੇ ਉਸ ਇੱਕ ਸੁਰਸਿੰਘ ਵਾਲਾ ਪਿੰਡ ਦੇ ਜਿਹੜੇ ਕਿ ਕਰੋਨਾ ਪੋਜ਼ਿਟਿਵ ਪਾਏ ਗਏ, ਜਿਸ ਦੇ ਨਾਲ ਇੱਕ ਤਰ੍ਹਾਂ ਦਾ ਉੱਥੇ ਬਹੁਤ ਵੱਡੀ ਹਲਚਲ ਮਚ ਗਈ, ਇੱਕ ਹੌਟਸਪੌਟ ਹੋ ਗਿਆ। ਔਰ ਦੂਜਾ ਉਸ ਪਰਮਾਤਮਾ ਦੀ ਕਿਰਪਾ ਨਾਲ ਕੁਦਰਤੀ ਗੱਲ ਇਹ ਸੀ ਕਿ ਉਹ ਸਾਰੇ ਬੰਦੇ ਇੱਕ ਪਿੰਡ ਦੇ ਰਹਿਣ ਵਾਲੇ ਸੀ। ਜੇ ਕਿਤੇ ਵਾਈ ਦੀ ਵਿੱਚ ਦੂਜੇ ਕਿਸੇ ਪਿੰਡਾਂ ਦੇ ਵਿੱਚ ਹੁੰਦੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਬਿਮਾਰੀ ਨੇ ਫੈਲ ਜਾਣਾ ਸੀ। ਅਸੀਂ ਉਸ ਪਿੰਡ ਨੂੰ ਪ੍ਰੋਪਰ ਕੰਟੇਨ ਕਰਕੇ ਉਸ ਤੋਂ ਬਾਅਦ ਲਾਕਡਾਊਨ ਕੀਤਾ। ਲਾਕਡਾਊਨ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਦੇ ਸੈਂਪਲ ਲੈ ਲਏ। ਫਿਰ ਹੁਣ ਜਿਹੜੇ ਕੰਟੈਕਟਸ ਨੇ ਜਿਹੜੇ ਉਹਨਾਂ ਦੇ ਜਾਂ ਕਨੈਕਸ਼ਨ ਸੋਸ਼ਲ ਕਨੈਕਸ਼ਨ ਨੇ ਉਹ ਸਾਰਿਆਂ ਨੂੰ ਸਰਚ ਕਰ ਟ੍ਰੇਸ ਕਰਕੇ ਉਸ ਤੋਂ ਬਾਅਦ ਸਾਰਿਆਂ ਦੇ ਜਿਹੜਾ ਸੈਂਪਲ ਲਏ ਜਾਣਗੇ। ਸੈਂਪਲ ਲੈਣ ਤੋਂ ਬਾਅਦ ਜਿਹੜਾ ਵੀ ਬੰਦਾ ਉੱਥੇ ਪੋਜ਼ਿਟਿਵ ਪਾਇਆ ਗਿਆ ਉਹਨੂੰ ਆਈਸੋਲੇਸ਼ਨ ਦੇ ਵਿੱਚ, ਜਿਹੜਾ ਦੂਸਰਾ ਹੈਗੇ ਜਿੰਨੇ ਵੀ ਹੈਗੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਕੁਆਰੰਟਾਈਨ ਦੇ ਵਿੱਚ ਰੱਖਾਂਗੇ ਤਾਂ ਕਿ ਸਪਰੈਡ ਹੋਣ ਤੋਂ ਬਚਾਇਆ ਜਾ ਸਕੇ। ਅਸੀਂ ਚਾਹੇ ਕੋਈ ਬੰਦਾ ਪੋਜ਼ਿਟਿਵ ਚਾਹੇ ਨੈਗੇਟਿਵ ਟੈਸਟ ਹਰ ਜਿਹੜੇ ਬਾਹਰੋਂ ਆਏ ਨੇ ਹਰ ਇੱਕ ਦਾ ਕਰਨਾ ਹੈਗਾ, ਕਿਉਂਕਿ ਇਹ ਇੱਕ ਬਹੁਤ ਵੱਡੀ ਮਹਾਮਾਰੀ ਹੈਗੀ ਆ। ਜੇ 1% ਵੀ ਚਾਂਸ ਕੋਈ ਰਹਿ ਜਾਂਦਾ ਹੈ ਤਾਂ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਖਤਰਾ ਬਣ ਸਕਦਾ ਹੈ। ਕਿਉਂ ਅਸੀਂ ਜਿਹੜਾ ਪਿਛਲੇ 1.5 ਮਹੀਨੇ 'ਚ ਜਿੰਨਾ ਅਸੀਂ ਪੰਜਾਬ ਨੂੰ ਸੰਭਾਲ ਕੇ ਰੱਖਿਆ ਸੀ, ਕੱਲ ਇੱਕ ਦਿਨ ਦੇ ਵਿੱਚ ਹੀ ਸਾਨੂੰ ਉਹਦੇ 'ਚ ਕਾਫੀ ਜਿਹੜੇ ਬਾਹਰਲੇ ਬੰਦਿਆਂ ਨਾਲ ਗੜਬੜ ਹੋਈ ਹੈ ਤੇ ਅਸੀਂ ਉਹ ਗੜਬੜ ਨੂੰ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ, ਅਸੀਂ ਉਹਨੂੰ ਇੱਥੇ ਰੋਕਣਾ ਚਾਹੁੰਦੇ ਹਾਂ। ਸਾਡੀ ਸਰਕਾਰ ਦਾ ਪੂਰਾ ਇਸ ਗੱਲ ਤੇ ਪੂਰਾ ਕੰਟਰੋਲ ਹੈ ਔਰ ਪੂਰਾ ਸਰਕਾਰ ਇਸ ਨੂੰ ਪਿਆਰ ਨਾਲ ਵੀ ਸਤਿਕਾਰ ਨਾਲ ਵੀ ਫਿਰ ਉਸ ਤੋਂ ਬਾਅਦ ਸਖਤੀ ਨਾਲ ਵੀ ਅਸੀਂ ਨਜਿੱਠਾਂਗੇ। ਨਹੀਂ ਤਾਂ ਇਹ ਕੰਮ ਅਸੀਂ ਕਿਉਂ ਜਿੰਨਾ ਸਰਕਾਰ ਦਾ ਲਾਸ, ਜਿੰਨਾ ਸਰਕਾਰ ਇਸ ਵੇਲੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੈਠੀ ਹੋਈ ਹੈ, ਜੇ ਕੋਈ 4 ਬੰਦੇ ਇਸ ਮਾਹੌਲ ਨੂੰ ਖਰਾਬ ਕਰਨਗੇ ਤਾਂ ਗਲਤ ਹੋਵੇਗਾ। ਤੇ ਵਿਧਾਇਕ ਰਾਜਕੁਮਾਰ ਵੇਰਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦੀ ਦਲੀਲ ਹੈ ਕਿ ਜਦੋਂ ਤੱਕ ਨਾਂਦੇੜ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਦੇ ਪੂਰੇ ਤਰੀਕੇ ਨਾਲ ਟੈਸਟ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਕਿ ਜਿਹੜੇ ਹਜੂਰ ਸਾਹਿਬ ਤੋਂ ਬੰਦੇ ਆਏ ਹੈ ਵੀ ਉਹਨਾਂ ਦਾ 100% ਟੈਸਟ ਅਸੀਂ ਕਰ ਰਹੇ ਹਾਂ। ਉਹਨਾਂ ਸਾਰਿਆਂ ਨੂੰ ਅਸੀਂ ਅਲੱਗ-ਅਲੱਗ ਇਕਾਂਤ 'ਚ ਰੱਖ ਦਿੱਤਾ। ਜਿੰਨਾ ਚਿਰ ਤੱਕ ਉਹਨਾਂ ਦੇ 100% ਟੈਸਟ ਨਹੀਂ ਹੁੰਦੇ ਜਾਂ ਉਹਨਾਂ ਦੇ ਕੰਟੈਕਟ ਕੰਸਰਨ ਦਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਗਏ ਆ, ਕਿਹਨੂੰ ਮਿਲੇ ਆ, ਅਸੀਂ ਹਰ ਕੰਟੈਕਟ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਕਿਸੇ ਵੀ ਕਿਸਮ ਦੀ ਇਹ ਜਿਹੜੀਆਂ ਸਮੱਸਿਆਵਾਂ ਉਹਦਾ ਸਾਹਮਣਾ ਨਾ ਕਰਨਾ ਪਏ। ਸੋ ਕੁਝ ਸਵਾਲ ਨੇ ਤੁਹਾਡੀ ਕਚਹਿਰੀ ਦੇ ਵਿੱਚ ਰੱਖ ਦਿੰਦੇ ਆ ਜਿਨ੍ਹਾਂ ਤੇ ਅਸੀਂ ਵਰਕ ਕਰਾਂਗੇ। ਸੋ ਐਨਾਲਿਸਿਸ ਕਰਾਂਗੇ ਇਹਨਾਂ ਸਵਾਲਾਂ ਤੇ। ਸੋ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮਹਿਮਾਨ ਵੀ ਜੁੜਨਗੇ। ਪਹਿਲਾ ਸਵਾਲ ਹੈ ਕਿ ਨਾਂਦੇੜ ਤੋਂ ਪੰਜਾਬ ਆਏ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਕਿਉਂ ਨਹੀਂ ਰੱਖਿਆ ਗਿਆ। ਵੱਡਾ ਸਵਾਲ ਹੈ ਕਿ ਕੁਝ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ, ਕੁਝ ਨੂੰ ਵਾਪਸ ਭੇਜ ਦਿੱਤਾ ਜਾਂਦਾ ਘਰੇ। ਉਸ ਤੋਂ ਬਾਅਦ ਸਿਹਤ ਵਿਭਾਗ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਸ਼ਰਧਾਲੂਆਂ ਨੂੰ ਟ੍ਰੇਸਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਵਾਪਸ ਮੁੜ ਤੋਂ ਫਿਰ ਟੈਸਟਿੰਗ ਦੀ ਗੱਲ ਕਹੀ ਜਾਂਦੀ ਹੈ। ਤੇ ਦੂਜਾ ਸਵਾਲ, ਇਕੱਲੇ ਥਰਮਲ ਸਕਰੀਨਿੰਗ ਤੋਂ ਬਾਅਦ ਸ਼ਰਧਾਲੂਆਂ ਨੂੰ ਘਰ ਵਿੱਚ ਭੇਜਣ ਦੇ ਮਾਇਨੇ ਕੀ। ਪਹਿਲਾਂ ਥਰਮਲ ਸਕਰੀਨਿੰਗ ਕਰ ਲਈ ਜਾਂਦੀ ਹੈ ਕੁਝ ਸ਼ਰਧਾਲੂਆਂ ਦੀ, ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਰਿਪੋਰਟ ਕੁਝ ਸ਼ਰਧਾਲੂਆਂ ਦੀ ਪੋਜ਼ਿਟਿਵ ਆਉਂਦੀ ਹੈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਵੱਡਾ ਸਵਾਲ ਇਹ ਹੈ ਕਿ ਇਕੱਲੇ ਥਰਮਲ ਸਕਰੀਨਿੰਗ ਤੋਂ ਬਾਅਦ ਸ਼ਰਧਾਲੂਆਂ ਨੂੰ ਘਰ ਭੇਜਣ ਦੇ ਮਾਇਨੇ ਕੀ ਨੇ। ਤੀਜਾ ਸਵਾਲ ਜਿਸ ਤੇ ਅਸੀਂ ਵਿਸ਼ਲੇਸ਼ਣ ਕਰਾਂਗੇ, ਕੌਣ ਭੁਗਤੇਗਾ ਕਰੋਨਾ ਸੰਕਟ ਦਰਮਿਆਨ ਹੋਈ ਵੱਡੀ ਗਲਤੀ ਦਾ ਖਮਿਆਜ਼ਾ। ਜਿਸ ਤਰ੍ਹਾਂ ਦੇ ਨਾਲ ਕਰੋਨਾ ਸੰਕਟ ਪੰਜਾਬ ਵਿੱਚ ਛਾਇਆ ਹੋਇਆ ਹੈ, ਇੱਕ ਪਾਸੇ ਸੂਬਾ ਸਰਕਾਰ ਇਸ ਸੰਕਟ ਦੇ ਵਿੱਚੋਂ ਕਿਸ ਤਰ੍ਹਾਂ ਨਿਕਲੀ। ਟਾਸਕ ਫੋਰਸ ਦੀ ਜੋ ਗਠਨ ਕੀਤਾ ਗਿਆ ਸੀ 20 ਮੈਂਬਰੀ, ਜਿਸ ਨੇ ਆਪਣੀ ਰਿਪੋਰਟ ਵੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਤੇ ਦੂਜੇ ਪਾਸੇ ਇਸ ਗਲਤੀ ਦਾ ਖਮਿਆਜ਼ਾ ਆਖਰਕਾਰ ਕੌਣ ਭੁਗਤੇਗਾ। ਸੋ ਦਰਸ਼ਕਾਂ ਤੋਂ ਵੀ ਸਵਾਲ ਹੈ ਜਿਸ ਦਾ ਤੁਸੀਂ ਜਵਾਬ ਸਾਨੂੰ ਭੇਜ ਸਕਦੇ ਹੋ। ਨਾਂਦੇੜ ਤੋਂ ਪੰਜਾਬ ਆਏ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਕਿਉਂ ਨਹੀਂ ਰੱਖਿਆ ਗਿਆ। ਹਾਂ ਜਾਂ ਨਾ ਦੇ ਵਿੱਚ ਆਪਣਾ ਤੁਸੀਂ ਜਵਾਬ ਭੇਜ ਸਕਦੇ ਹੋ। ਸੋ ਸਾਡੇ ਨਾਲ ਜੋ ਮਹਿਮਾਨ ਜੁੜੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ। ਚੰਦੂਮਾਜਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਾਬਕਾ ਸੰਸਦ ਮੈਂਬਰ ਨੇ। ਤੇ ਕੈਪਟਨ ਸੰਦੀਪ ਸਿੰਘ ਸੰਧੂ ਸਾਹਿਬ ਸਲਾਹਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ, ਉਹ ਵੀ ਸਾਡੇ ਨਾਲ ਜੁੜਨਗੇ। ਤੇ ਹਰਪਾਲ ਸਿੰਘ ਚੀਮਾ ਵਿਧਾਇਕ ਨੇ ਦੜਬਾ ਤੋਂ, ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਨੇ, ਉਹ ਵੀ ਸਾਡੇ ਨਾਲ ਇਸ ਚਰਚਾ ਦੇ ਵਿੱਚ ਜੁੜਨਗੇ। ਤੇ ਜਗਦੀਪ ਸਿੰਘ ਸੰਧੂ ਸਾਡੇ ਐਸੋਸੀਏਟ ਐਡੀਟਰ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਰਹਿਣਗੇ।
ਸੋ ਸਭ ਤੋਂ ਪਹਿਲਾ ਸਵਾਲ ਚੰਦੂ ਮਾਜਰਾ ਸਾਹਿਬ ਤੁਹਾਨੂੰ ਹੈ ਮੇਰਾ, ਜਿਸ ਤਰ੍ਹਾਂ ਦੇ ਨਾਲ ਨੰਦੇੜ ਸਾਹਿਬ ਤੋਂ ਸ਼ਰਧਾਲੂ ਪੰਜਾਬ ਪਹੁੰਚੇ, ਕਾਫੀ ਕੰਟਰੋਵਰਸੀ ਚੱਲੀ ਸੀ, ਹਾਲਾਂਕਿ ਬਿਆਨਬਾਜ਼ੀਆਂ ਆਈਆਂ, ਕਾਫੀ ਤਰ੍ਹਾਂ ਦੀਆਂ ਸਿਆਸੀ ਬਿਆਨਬਾਜ਼ੀ ਸੀ ਜੋ ਇਸ ਸੰਕਟ ਦੀ ਘੜੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਉਸ ਤੋਂ ਬਾਅਦ ਇੱਕ ਹੋਰ ਸੰਕਟ ਦੇ ਬੱਦਲ ਇਸ ਤਰ੍ਹਾਂ ਦੇ ਛਾਏ ਹੋਏ ਨੇ ਕਿ ਕੁਝ ਸ਼ਰਧਾਲੂਆਂ ਨੂੰ ਕੱਲੀ ਥਰਮਲ ਸਕਰੀਨਿੰਗ ਕਰਕੇ ਘਰ ਭੇਜ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੁੜ ਉਹਨਾਂ ਸ਼ਰਧਾਲੂਆਂ ਨੂੰ ਘਰਾਂ ਤੋਂ ਵਾਪਸ ਲੈ ਕੇ ਆਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ। ਆਖਿਰਕਾਰ ਗਲਤੀ ਕਿਸ ਦੀ ਬਣਦੀ ਹੋ ਇਸ ਸੰਕਟ ਦੀ ਘੜੀ ਦੇ ਵਿੱਚ? देखो कृष्ण जी, सब तो पहला तो मैं धन्नवाद करदा गुरुद्वारा लंगर साहब के प्रबंधकों का, बाबा बलविंदर सिंह उन्होंने सारे जथे का जी, फिर सचखंड हजूर साहब बोर्ड के प्रधान साहब भुपिंदर सिंह मनहास, गुरिंदर बाबा जी ते होर सारे बोर्ड के मैंबरों का ते सारी संस्था का, जिन्हां ने श्रद्धालुओं नूं संभाल के रखिया, सेवा पानी टहल पानी की, किसी तरह की तकलीफ नहीं आउण दित्ती, खाण पीण का भी, दवाइयां तक का भी, और अड अड कमरियां विच रखण दा प्रबंध बड़े सुचज्जे ढंग नाल कीता। 1 महीने तो वध समा जिस तरह उन्होंने अपने बच्चों नूं रखिया, बच्चों वांग सारे श्रद्धालुओं नूं रखिया, वो साडे लई माण दी गल आ। असीं उन्हां दा धन्नवाद करदे हां। जिथे तक श्रद्धालुओं नूं लिआउण दी गल आ, भावें भारत सरकार दे गृह मंत्रालय दे यतन होण, महाराष्ट्र सरकार दे, पंजाब सरकार दे, श्रोमणी अकाली दल दे, होर संस्थावां दे, होर व्यक्तियों दे जिन्हां ने भी यतन कीते, उन्हां दा भी धन्नवाद करदे आ। जिथे तक ये गल आ भी उन्हां नूं लिआउण दी जरूरत है सी कि नहीं सी, जां क्यों लिआंदे गए, मैं समझदा जरूरत बहुत वड्डी सी, क्योंकि साडे कोल भी टैलीफोन आउंदे सी, होरां कोल भी आउंदे सी, ते आम तौर ते प्रभाव पाया जा रहा भी महाराष्ट्र दे विच ज़्यादा फैल रहा करोना, ते वो लोकां विच कहदे सहम भी सी, दूजा जरूरत भी सी, वाढी पै गई सी, घरां दे विच काम दा मौका सी, लंबे समय तो लोग बैठे सी ते महसूस करदे सी भी हुण तां 1 महीने तो वध समा हो गया भी हुण सानूं पहुंचाया जावे। जदों अमरीका कनेडा वाले अपने इत्थों लै गए लोगां नूं ते सानूं अपने देश तो नहीं इत्थे लिजा सकते। सो सारियां गल्लां दे विचों जिन्हां ने भी लिआउण दा यतन कीता ਉਹਦੀ ਪ੍ਰਸ਼ੰਸਾ ਅਸੀਂ ਕਰਦੇ ਹਾਂ। ਇੱਕ ਗੱਲ ਜਿਹੜਾ ਇਹ ਪ੍ਰਭਾਵ ਪਾਇਆ ਜਾ ਰਿਹਾ ਕ੍ਰਿਸ਼ਨ ਜੀ, ਮੈਂ ਤੁਹਾਡੇ ਇੱਥੇ ਮੀਡੀਆ ਚੈਨਲ ਤੇ ਵੀ ਹੁਣ ਸੁਣ ਰਿਹਾ, ਪਹਿਲਾਂ ਵੀ ਆ 2-4 ਘੰਟੇ ਜੋ ਗੱਲਾਂ ਹੋਈਆਂ, ਤਰਨ ਦਾ ਕੇਸ ਆਇਆ, ਇਹ ਬੜਾ ਮੰਦਭਾਗਾ ਇਹ ਪ੍ਰਭਾਵ ਪਾਇਆ ਜਾ ਰਿਹਾ ਵੀ ਵਾਇਆ ਨੰਦੇੜ ਪਤਾ ਨਹੀਂ ਕਰੋਨਾ ਇੱਥੇ ਆ ਗਿਆ ਪੰਜਾਬ ਦੇ ਵਿੱਚ, ਜਿਵੇਂ ਕਰੋਨਾ ਪੰਜਾਬ ਦੇ ਵਿੱਚ ਪਹਿਲਾਂ ਹੈ ਹੀ ਨਹੀਂ ਸੀ। ਕੋਈ ਕਹਿੰਦਾ ਜੀ ਗ੍ਰੀਨ ਜ਼ੋਨ ਸੀ ਜੀ ਤਰਨ ਕੋਈ ਸ਼ਰਾਰਤੀ ਬੰਦਿਆਂ ਨੇ ਵਿਗਾੜਤਾ। ਮੈਨੂੰ ਬੜਾ ਦੁੱਖ ਆਇਆ ਜਦੋਂ ਮੈਂ ਸਿਹਤ ਮੰਤਰੀ ਸਾਹਿਬ ਬਲਵੀਰ ਸਿੰਘ ਸਿੱਧੂ ਹੋਰਾਂ ਦੀ ਗੱਲ ਸੁਣ ਰਿਹਾ ਸੀ ਵੀ ਕੋਈ ਸ਼ਰਾਰਤੀ ਆ ਬੰਦੇ ਨੇ ਜਿਹੜੇ ਮਾਹੌਲ ਨੂੰ ਖਰਾਬ ਕਰ ਰਹੇ ਨੇ, ਵੀ ਉਹਨਾਂ ਤੇ ਅਸੀਂ ਕੇਸ ਦਰਜ ਕਰਾਂਗੇ। ਇਹਨਾਂ ਨੂੰ ਸ਼ਰਾਰਤੀ ਕਹਿਣਾ, ਮਾਹੌਲ ਖਰਾਬ ਕਰਨ ਵਾਲੇ ਕਹਿਣਾ, ਮੈਂ ਸਮਝਦਾ ਚੰਗੀ ਗੱਲ ਨਹੀਂ ਹੈ, ਉਚਿਤ ਸ਼ਬਦ ਨਹੀਂ ਹੈ। ਇਸ ਤਰ੍ਹਾਂ ਦੀ ਭਾਵਨਾ ਜੇ ਸਰਕਾਰ ਜਾਂ ਵਜ਼ੀਰ ਰੱਖਣਗੇ ਤਾਂ ਇਹ ਬਹੁਤ ਮਾੜੀ ਗੱਲ ਹੋਏਗੀ। ਕੋਈ ਬੰਦਾ ਆਪਣੇ ਆਪ 'ਚ ਕੌਣ ਕਰੋਨਾ ਪੀੜਤ ਹੋਣਾ ਚਾਹੁੰਦਾ, ਕੌਣ ਬੰਦਾ ਆਪਣੇ ਪਰਿਵਾਰ ਦੇ ਵਿੱਚ ਬਿਮਾਰੀ ਲੈ ਕੇ ਆਉਣਾ ਚਾਹੁੰਦਾ, ਕੌਣ ਬੰਦਾ ਆਪਣੇ ਪਿੰਡ ਦੇ ਜਾਂ ਆਪਣੇ ਪ੍ਰਦੇਸ਼ ਦੇ ਲੋਕਾਂ ਨੂੰ ਇਸ ਬਿਮਾਰੀ 'ਚ ਫਸਾਉਣਾ ਚਾਹੁੰਦਾ। ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਸ਼ਰਧਾਲੂਆਂ ਤੇ ਕੇਸ ਜਾਂ ਇਹਨਾਂ ਨੂੰ ਸ਼ਰਾਰਤੀ ਕਹਿਣ ਦੀਆਂ ਗੱਲਾਂ ਕਰਦੇ ਨੇ ਮੰਤਰੀ ਸਾਡੇ, ਇਹਨਾਂ ਨੂੰ ਪੁੱਛੋ ਜਿਹੜਾ ਹੁੱਕਾ ਬਾਰ ਆ ਰਾਜਪੁਰੇ ਦੇ ਵਿੱਚ ਚੱਲੀ, ਕਿੰਨੇ ਲੋਕ ਪੀੜਤ ਹੋਏ, ਉਹਨਾਂ ਤੇ ਤਾਂ ਇਹਨਾਂ ਨੇ ਕੇਸ ਨਹੀਂ ਦਰਜ ਕੀਤਾ। ਆ ਜਵਾਹਰਪੁਰ ਦੇ ਵਿੱਚ ਕਾਂਗਰਸੀ ਮੈਂਬਰ ਪੰਚਾਇਤ ਨੇ ਮੇਰਾ 50 ਦੇ ਕਰੀਬ ਪੀੜਤ ਕਰਤੇ, ਕਰੋਨਾ ਪੀੜਤ ਲੋਕ, ਉਹਨਾਂ ਤੇ ਤਾਂ ਇਹਨਾਂ ਨੇ ਕੇਸ ਨਹੀਂ ਦਰਜ ਕੀਤਾ। ਜੇ ਹੁਣ ਬਦਕਿਸਮਤੀ ਨਾਲ ਇਸ ਤਰ੍ਹਾਂ ਦੀ ਅਨਫੋਰਚੂਨੇਟਲੀ ਕੋਈ ਸ਼ਰਧਾਲੂਆਂ ਤੇ ਕਰੋਨਾ ਪੀੜਤ ਹੋ ਗਏ, ਹੁਣ ਕਿਹਾ ਜਾਂਦਾ ਵੀ ਜਿਹੜੀ ਬੱਸ ਸੀ, ਬੱਸ ਦਾ ਡਰਾਈਵਰ ਕਰੋਨਾ ਪੀੜਤ ਸੀ, ਉਹਦੇ ਕਰਕੇ ਹੋ ਗਿਆ। ਜੇ ਪਹਿਲਾਂ ਹੀ ਅੱਜ ਤੋਂ 1.5 ਮਹੀਨਾ ਪਹਿਲਾਂ ਪੰਜਾਬ ਸਰਕਾਰ ਲਿਆਉਂਦੀ ਇਹਨਾਂ ਨੂੰ, ਫਿਰ ਆ ਕਾਹਨੂੰ ਭਾਣਾ ਵਰਤਦਾ। ਬਿਲਕੁਲ ਚੰਦੂ ਮਾਜਰਾ ਸਾਹਿਬ, ਇਸੇ ਇਹਨਾਂ ਸਾਰੇ ਸਵਾਲਾਂ ਤੇ ਵਿਸ਼ਲੇਸ਼ਣ ਕਰਾਂਗੇ। ਕੈਪਟਨ ਸੰਦੀਪ ਸਿੰਘ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ, ਜਿਸ ਤਰ੍ਹਾਂ ਦੇ ਨਾਲ ਅਸੀਂ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ, ਚੰਦੂ ਮਾਜਰਾ ਸਾਹਿਬ ਜੁੜੇ ਹੋਏ ਨੇ ਤੇ ਸਾਡੇ ਐਸੋਸੀਏਟ ਐਡੀਟਰ ਜਗਦੀਪ ਸਿੰਘ ਸੰਧੂ ਵੀ ਸਾਡੇ ਨਾਲ ਨੇ ਤੇ ਹਰਪਾਲ ਸਿੰਘ ਚੀਮਾ ਵੀ ਇਸ ਚਰਚਾ ਦੇ ਵਿੱਚ ਮੌਜੂਦ ਨੇ। ਸੋ ਇਸ ਮਸਲੇ ਤੇ ਕੀ ਦੇਖਿਆ ਜਾਵੇ? ਸ਼ਰਧਾਲੂਆਂ ਨੂੰ ਲਿਆਉਣ ਦਾ ਸਿਲਸਿਲਾ ਪੰਜਾਬ ਸ਼ੁਰੂ ਹੁੰਦਾ ਹੈ ਤੇ ਫਿਰ ਇੱਕ ਥਰਮਲ ਸਕਰੀਨਿੰਗ ਕਰ ਲਈ ਜਾਂਦੀ ਹੈ ਤੇ ਮੁੜ ਬਾਅਦ ਵਿੱਚ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਣਾ ਮੁਨਾਸਿਬ ਸੀ? ਕਿਤੇ ਨਾ ਕਿਤੇ ਸਰਕਾਰ ਨੇ ਖੁਦ ਚਿੰਤਾ ਆਪਣੇ ਗਲ ਵਿੱਚ ਪਾ ਲਈ। ਮੇਰੀ ਆਵਾਜ਼ ਆ ਰਹੀ ਹੈ ਜੀ? ਬਿਲਕੁਲ ਸੰਦੀਪ ਜੀ, ਸੁਣ ਪਾ ਰਹੇ ਹਾਂ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ, ਸਾਡੇ ਲੀਡਰ ਆਫ ਆਪੋਜੀਸ਼ਨ ਚੀਮਾ ਸਾਹਿਬ और प्रोफेसर साहब, साबका मैंबर पार्लीमेंट प्रोफेसर साहब चंदू माजरा जी और तुहाडे एडिटर साहब संधू साहब नूं मेरे वालों सत श्री अकाल जी। मैं
ਸਾਰੀ ਗੱਲ ਪ੍ਰੋਫੈਸਰ ਸਾਹਿਬ ਦੀ ਸੁਣੀ ਕਾਫੀ ਹੱਦ ਤੱਕ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਹ ਮੈਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਣਾ ਚਾਹ ਰਿਹਾ ਕਿ ਜਿਹੜੇ ਪੋਜ਼ਿਟਿਵ ਟੈਸਟ ਹੋਏ ਹੈਗੇ ਆ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ, ਇਹ ਉਹ ਵਿਚਾਰੇ ਸ਼ਰਧਾਲੂ ਹੈਗੇ ਆ, ਇਹ ਆਪ ਹੀ ਉੱਥੋਂ ਇਨੋਵਾ ਕਰਕੇ 3 ਇਨੋਵਾ ਕਰਕੇ ਲੈ ਕੇ ਆਏ। ਇਹ ਜਿਹੜੀ ਪਰਮਿਸ਼ਨ ਵਾਲਾ ਕੰਮ ਸੀਗਾ, ਭਾਵੇਂ ਉਹ ਹੋਮ ਮਿਨਿਸਟਰੀ ਨੇ ਦੇਣਾ ਸੀ ਜਾਂ ਮਹਾਰਾਸ਼ਟਰ ਨੇ ਕੋਆਪਰੇਟ ਕਰਨਾ ਸੀ ਜਾਂ ਪੰਜਾਬ ਗਵਰਨਮੈਂਟ ਨੇ ਲੈ ਕੇ ਆਉਣੇ ਸੀ, ਉਹ ਵਾਲਾ ਸਿਲਸਿਲਾ ਤਾਂ ਹਜੇ ਸ਼ੁਰੂ ਹੋਇਆ ਹੈ। ਇਹ 3 ਇਨੋਵਾ ਦੇ ਰਾਹੀਂ ਇਹ 17 ਜਾਂ 20 ਤਰੀਕ ਨੂੰ ਆਪਦੇ ਘਰੀ ਪਹੁੰਚੇ ਹੈਗੇ ਆ। ਔਰ ਜਿਸ ਤਰ੍ਹਾਂ ਹੀ ਉਸ ਤੋਂ 1-2 ਦਿਨਾਂ ਬਾਅਦ ਜਿਵੇਂ ਕੋਈ ਪਿੰਡ 'ਚ ਕਿਉਂਕਿ ਪਤਾ ਲੱਗ ਜਾਂਦਾ, ਜਿਸ ਤਰ੍ਹਾਂ ਹੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗਿਆ ਇਹਨਾਂ ਦੇ ਟੈਸਟ ਹੋਣੇ ਸ਼ੁਰੂ ਹੋ ਗਏ। ਔਰ ਜਦੋਂ ਪਤਾ ਲੱਗਿਆ ਕਿ ਹਜ਼ੂਰ ਸਾਹਿਬ ਤੋਂ ਆਏ ਹੈਗੇ ਆ ਤਾਂ ਅੱਗੇ ਵੀ ਸੰਗਤ ਆਉਣੀ ਹੈਗੀ ਆ, ਉਸ ਨੂੰ ਲੈਂਦਿਆਂ ਕੱਲ ਸਰਕਾਰ ਨੇ ਇੱਕ ਹੁਕਮ ਹੀ ਜਾਰੀ ਕਰ ਦਿੱਤੇ ਹੈਗੇ ਆ ਕਿ ਜੋ ਵੀ ਭਾਵੇਂ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਤੋਂ ਹੋਣ ਜਾਂ ਉੱਤੇ ਤੋਂ ਸਟੂਡੈਂਟਸ ਹੋਣ ਤਾਂ ਜੈਸਲਮੇਰ ਤੋਂ ਇਸ ਕਿਸਮ ਦਾ ਜਿਹੜਾ ਗਰੁੱਪ ਆ ਰਿਹਾ, ਇੱਕ ਤਾਂ ਉਹਨਾਂ ਦੀ ਪਰ ਇਕਾਂਤਵਾਸ ਹੋਊਗਾ, ਕੁਆਰੰਟੀਨ ਹੋਊਗੀ ਜਿਹੜੀ ਕਿ ਹੋਮ ਕੁਆਰੰਟੀਨ ਨਹੀਂ ਹੋਊਗੀ, ਗਵਰਨਮੈਂਟ ਵੱਲੋਂ ਜਿਹੜੀਆਂ ਬਣਾਈਆਂ ਗਈਆਂ ਜਗ੍ਹਾ ਉੱਥੇ ਕੁਆਰੰਟੀਨ ਹੋਊਗੀ। ਦੂਜਾ ਉਹਨਾਂ ਦੀ ਸਕਰੀਨਿੰਗ ਕਮ ਟੈਸਟਿੰਗ ਹੋਊਗੀ। ਸੋ ਇਹ ਕੱਲ ਤੋਂ ਸ਼ੁਰੂ ਕਰ ਦਿੱਤਾ ਗਿਆ। ਸੰਦੀਪ ਜੀ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੇ 28 ਤਰੀਕ ਨੂੰ ਇਹ ਨੋਟਿਸ ਜਾਰੀ ਕੀਤਾ ਹੈ? ਹਾਲਾਂਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੋ ਵੀ ਸ਼ਰਧਾਲੂ ਪੰਜਾਬ ਦੀ ਹੱਦਬੰਦੀ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਟੈਸਟਿੰਗ ਕਰਵਾਈ ਜਾਵੇ, ਉਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇ। ਜਦ ਕਿ ਅੰਮ੍ਰਿਤਸਰ ਦੇ ਵਿੱਚ ਤਾਂ ਪਹਿਲਾਂ ਤੋਂ ਸ਼ਰਧਾਲੂ ਪਹੁੰਚ ਚੁੱਕੇ ਸੀ, ਹੁਣ ਉਹਨਾਂ ਨੂੰ ਲਿਆਉਣ ਦਾ ਘਰਾਂ ਤੋਂ ਸਿਲਸਿਲਾ ਜਾਰੀ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਕੋਆਰਡੀਨੇਸ਼ਨ ਦੇ ਵਿੱਚ ਕਮੀ ਰਹੀ ਕਿਤੇ ਸਾਡੇ ਤੋਂ? ਦੇਖੋ, ਜਿਹੜੀ ਤੁਸੀਂ ਅੰਮ੍ਰਿਤਸਰ ਵਾਲੀ ਗੱਲ ਕੀਤੀ ਤਾਂ ਮੈਨੂੰ ਵੀ ਹੁਣ ਤੁਹਾਡੇ ਮਾਧਿਅਮ ਰਾਹੀਂ ਪਤਾ ਚੱਲ ਰਿਹਾ। ਮੈਨੂੰ ਤਾਂ ਸਿਰਫ ਇਹ ਪਤਾ, ਔਰ ਉਸ ਤੋਂ ਬਾਅਦ ਕਿਉਂਕਿ ਜਿਹੜੀ ਨੰਦੇੜ ਸਾਹਿਬ ਤੋਂ ਯਾਤਰੀ ਜਾਂ ਸ਼ਰਧਾਲੂ ਆ ਰਹੇ ਆ ਉਹ ਬਠਿੰਡੇ ਤੋਂ ਐਂਟਰ ਕਰ ਰਹੇ ਹੈਗੇ ਆ ਪੰਜਾਬ ਦੇ ਵਿੱਚ, ਔਰ ਉੱਥੇ ਹਰ ਕਿਸਮ ਦੀ ਤਿਆਰੀ ਜਿਹੜੀ ਹੈਲਥ ਡਿਪਾਰਟਮੈਂਟ ਨੇ ਉਹਨੇ ਕੀਤੀ ਵੀ ਹੈਗੀ ਆ, ਭਾਵੇਂ ਇਕਾਂਤਵਾਸ ਨੂੰ ਲੈ ਕੇ ਆ, ਭਾਵੇਂ ਉਸ ਤੋਂ ਬਾਅਦ ਸਕਰੀਨਿੰਗ ਸਿੰਪਟੋਮੈਟਿਕ ਨੂੰ ਕਰਕੇ ਹੈਗਾ, ਉਸ ਸਾਰਾ ਹੁਣ ਤਿਆਰੀ ਕਰ ਲਿੱਤੀ ਗਈ ਹੈਗੀ ਆ। ਔਰ ਬਿਲਕੁਲ ਗੱਲ ਠੀਕ ਹੈਗੀ ਆ ਕਿ ਇਹਨਾਂ ਦੀ ਜਿਹੜੀ ਜ਼ਰੂਰਤ ਹੈ ਹੁਣ, ਤਾਂ ਕਿ ਜੋ ਹੁਣ ਪਹੁੰਚਣ ਇਸ ਚੀਜ਼ ਦੀ, ਜੇ ਕਿਤੇ ਜਿਹੜੇ ਵਿਚਾਰੇ 3-4 ਇਨੋਵਾ ਲੈ ਕੇ ਜਿਹੜੇ ਯਾਤਰੀ ਪਹੁੰਚੇ ਸੀਗੇ, ਇਹ ਪਹਿਲਾਂ ਦੇ ਪਹੁੰਚੇ ਹੋਏ ਆ, ਸੋ ਉਸ ਤੇ ਐਕਸ਼ਨ ਕਰ ਲਿਆ। ਸੋ ਬਿਲਕੁਲ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਸੋ ਚੀਮਾ ਸਾਹਿਬ, ਇਸ ਮਸਲੇ ਤੇ ਕੀ ਕਹਿਣਾ ਚਾਹੋਗੇ? ਕਰੋਨਾ ਦੇ ਸੰਕਟ 'ਚ ਆਏ ਹੋਏ ਨੇ, ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਲਾਹ ਲੈ ਰਹੇ ਨੇ ਕਿ ਕਿਸ ਤਰ੍ਹਾਂ ਇਸ ਸੰਕਟ ਦੇ ਵਿੱਚੋਂ ਨਿਕਲਿਆ ਜਾਵੇ। ਅਰਥ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਡਾਵਾਡੋਲ ਹੋ ਚੁੱਕੀ ਹੈ, ਕਿਤੇ ਨਾ ਕਿਤੇ ਕਮੀਆਂ ਸਾਡੇ ਦੇ ਵਿੱਚ ਵੀ ਨੇ। ਸੋ ਪਹਿਲਾਂ ਤੋਂ ਹੀ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਸੀ, ਕਿਉਂਕਿ ਇਕੱਲੇ ਸ਼ਰਧਾਲੂ ਹੀ ਨਹੀਂ, ਮਜ਼ਦੂਰ ਰਾਜਸਥਾਨ ਦੇ ਵਿੱਚ ਫਸੇ ਹੋਏ ਸੀ, ਕੁਝ ਸਟੂਡੈਂਟਸ ਪੰਜਾਬ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ। ਦੇਖੋ, ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਵਾਪਸ ਆ ਰਹੇ ਨੇ, ਚਾਹੇ ਉਹ ਨੰਦੇੜ ਸਾਹਿਬ ਦੀ ਗੱਲ ਆ, ਹਜ਼ੂਰ ਸਾਹਿਬ ਦੀ ਗੱਲ ਆ, ਜਾਂ ਰਾਜਸਥਾਨ ਤੋਂ ਬਹੁਤ ਸਾਰੇ ਜਿਹੜੇ ਹੈਗੇ ਨੇਗੇ ਸਟੂਡੈਂਟ ਆ ਰਹੇ ਨੇਗੇ, ਲੇਬਰ ਕਲਾਸ ਆ ਰਹੀ ਆ, ਦਿੱਲੀ ਤੋਂ ਬਹੁਤ ਸਾਰੇ ਲੋਕ ਆ ਰਹੇ ਨੇ। ਮੇਰਾ ਕਹਿਣ ਦਾ ਬਾਬਾ, ਬਹੁਤ ਸਾਰੇ ਲੋਕ ਪੰਜਾਬ ਆ ਰਹੇ ਨੇ, ਚਾਹੇ ਉਹ ਯੂਪੀ, ਮਹਾਰਾਸ਼ਟਰ, ਬਹੁਤ ਸਾਰਿਆਂ ਦੀ ਜਿਹੜੀ ਆ ਹਜੇ ਪਾਈਪਲਾਈਨ 'ਚ ਨੇ, ਆ ਰਹੇ ਨੇ, ਉਹਦਾ ਪ੍ਰੋਸੈਸ ਚੱਲ ਰਿਹਾ ਹੈਗਾ। ਸੋ ਸਰਕਾਰ ਨੂੰ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਵਿਅਕਤੀ ਪੰਜਾਬ 'ਚ ਐਂਟਰ ਕਰਦਾ ਕੋਈ ਅਦਰ ਸਟੇਟ ਤੋਂ, ਚਾਹੇ ਉਹ ਹਿਮਾਚਲ 'ਚੋਂ ਕਰਦਾ, ਚਾਹੇ ਹਰਿਆਣਾ 'ਚੋਂ ਕਰਦਾ, ਚਾਹੇ ਰਾਜਸਥਾਨ 'ਚੋਂ ਕਰਦਾ, ਉਹਦੀ ਜਿਹੜੀ ਆਉਣ ਸਾਰ ਟੈਸਟਿੰਗ ਹੋਣੀ ਆ। ਟੈਸਟਿੰਗ ਹੋਣ ਤੋਂ ਬਾਅਦ ਜਿਹੜੀ ਉਹਨੂੰ ਕੁਆਰੰਟਾਈਨ ਕਰਨਾ ਜਾਂ ਨਹੀਂ ਕਰਨਾ, ਇਹ ਡਾਕਟਰਾਂ ਨੇ ਦੇਖਣਾਗਾ। ਜੇ ਉਹਦਾ ਪੋਜ਼ਿਟਿਵ ਆ ਰਿਹਾਗਾ ਤਾਂ ਬਿਲਕੁਲ ਕਰਨਾਗਾ, ਜੇ ਉਹਦਾ ਨੈਗੇਟਿਵ ਆ ਰਿਹਾ ਤਾਂ ਉਹਨੂੰ ਘਰ ਭੇਜ ਦੇਣਾ ਚਾਹੀਦਾ ਜਾਂ ਘਰ ਦੇ ਵਿੱਚ ਕੁਆਰੰਟਾਈਨ ਕਰਾ ਦੇਣੀ ਚਾਹੀਦੀ ਆ। ਸੋ ਮੈਂ ਕਹਿੰਦਾ ਵੀ ਇਹਦੇ ਲਈ ਸਰਕਾਰ ਨੂੰ ਇਹ ਨਹੀਂ ਹੋਵੇ ਵੀ ਜਦੋਂ ਨੇੜੇ ਆ ਗਿਆ, ਹੁਣ ਜਦੋਂ ਆ ਗਏ, ਜਦੋਂ ਜਿਹੜਾ ਮਹਾਮਾਰੀ ਦੇ ਜਿਹੜੇ ਹੈਗੇ ਨੇ ਪੀੜਤ ਨਿਕਲੇ, ਤਾਂ ਉਸ ਤੋਂ ਬਾਅਦ ਜਿਹੜੀਆਂ ਇੰਸਟਰਕਸ਼ਨਾਂ ਜਾਰੀ ਹੋ ਰਹੀਆਂ, ਤਾਂ ਇਹ ਮੈਂ ਸਮਝਦਾ ਸਰਕਾਰ ਦਾ, ਇਹਦਾ ਇੱਥੋਂ ਪਤਾ ਲੱਗਦਾ ਕਿ ਸਰਕਾਰ ਦੀ ਪੂਰੀ ਤਿਆਰੀ ਨਹੀਂ ਹੈਗੀ। ਕੋਈ ਵੀ ਕੰਮ ਜਿਹੜਾ ਚੁੱਪਚਾਪ ਕਰ ਲੈਂਦੇ, ਉਸ ਤੋਂ ਬਾਅਦ ਜਿਹੜਾ ਜਦੋਂ ਉਹਦਾ ਕੋਈ ਸਾਈਡ ਇਫੈਕਟ ਸਾਹਮਣੇ ਆਉਂਦਾਗਾ ਜਾਂ ਬੈਡ ਇਫੈਕਟ ਸਾਹਮਣੇ ਆਉਂਦਾਗਾ, ਫਿਰ ਜਿਹੜਾ ਕੋਈ ਆਰਡਰ ਜਾਰੀ ਕਰਦੇ। ਇਹ ਜਿਹੜੇ ਆਰਡਰ ਅੱਜ ਜਾਰੀ ਕੀਤੇ ਨੇਗੇ, ਤੇ ਆਰਡਰ ਪਹਿਲਾਂ ਜਾਰੀ ਹੋਣੇ ਚਾਹੀਦੇ ਸੀਗੇ, ਜਦ ਪਤਾ ਸੀ ਬਹੁਤ ਚਿਰ ਦੀ, ਘੱਟੋ ਘੱਟ 15-20 ਦਿਨ ਦੀ ਗੱਲ ਚੱਲ ਰਹੀ ਆ। 15-20 ਦਿਨ ਦੀ ਸਾਰੀਆਂ ਪਾਰਟੀਆਂ ਦੇ ਹੈਡ ਸਾਹਿਬਾਨ ਨੇ ਲੈਟਰ ਲਿਖ ਰਹੇ ਨੇ, ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖ ਰਹੇ ਨੇ, ਜਿਹੜਾ ਮਹਾਰਾਸ਼ਟਰ ਦਾ ਸੀਐਮ ਸਾਹਿਬ ਨੇ ਉਹਨਾਂ ਨੂੰ ਲਿਖ ਰਹੇ ਨੇ, ਕੈਪਟਨ ਸਾਹਿਬ ਨੂੰ, ਪੰਜਾਬ ਦੇ ਸੀਐਮ ਸਾਹਿਬ ਨੂੰ ਲਿਖ ਰਹੇ ਨੇ ਕਿ ਆਹ ਜਿਹੜੀਆਂ ਸ਼ਰਧਾਲੂ ਉੱਥੇ ਫਸੇ ਪਏ ਨੇ। ਹੁਣ ਵੀ ਬਹੁਤ ਸਾਰੇ ਫਸੇ ਹੋਏ ਨੇਗੇ, ਅੱਜ ਵੀ ਗੱਲ ਚੱਲੇ ਦਿੱਲੀ 'ਚ ਬਹੁਤ ਸਾਰੇ ਬੰਦੇ ਫਸੇ, ਉਹਨਾਂ ਨੇ ਵੀ ਪੰਜਾਬ ਦੇ ਵਿੱਚ ਆਉਣਾਗਾ। ਮੈਂ ਸਮਝਦਾ ਸਰਕਾਰ ਨੂੰ ਇੱਕ ਨੀਤੀ ਬਣਾ ਲੈਣੀ ਚਾਹੀਦੀ ਆ। ਸੋ ਇਹ ਡੰਗ ਟਪਾਊ ਨੀਤੀ ਨਹੀਂ ਹੋਣੀ ਚਾਹੀਦੀ।
ਠੀਕ ਹੈ, ਸਰਕਾਰ ਨੂੰ ਨੀਤੀ ਬਣਾਉਣੀ ਚਾਹੀਦੀ ਹੈ। ਚੀਮਾ ਸਾਹਿਬ ਕਹਿੰਦੇ ਨੇ। ਜਗਦੀਪ ਜੀ ਸਾਡੇ ਐਸੋਸੀਏਟ ਐਡੀਟਰ ਸਾਡੇ ਨਾਲ ਨੇ, ਕੁਝ ਸਵਾਲ ਤੁਹਾਨੂੰ ਕਰਨਾ ਚਾਹੁੰਗੇ। ਜੀ ਜਗਦੀਪ ਜੀ। जी बिल्कुल, मेरा पहला सवाल यह है कि करीब 2 करोड़ 80 लाख पंजाबी जिहड़े बड़ी उम्मीद नाल ਅੱਜ और कल जिहड़ी मीटिंग है MLAs ਦੀ पंजाब ਦੇ ਮੁੱਖ ਮੰਤਰੀ ਨਾਲ, ਉਹਨਾਂ ਨੂੰ ਬੜੀ ਉਮੀਦ ਸੀ ਕਿ ਸ਼ਾਇਦ ਕਰਫਿਊ ਵਿੱਚ ਰਿਲੈਕਸੇਸ਼ਨ ਹੋਗੀ, ਲੇਕਿਨ ਜਿਸ ਤਰ੍ਹਾਂ ਇਹ ਹਜੂਰ ਸਾਹਿਬ ਤੋਂ ਜਿਹੜੇ ਯਾਤਰੀ ਆਏ ਆ ਉਹਨਾਂ ਦੇ ਕੇਸ ਪੋਜ਼ਿਟਿਵ ਆਏ, ਉਸ ਤੋਂ ਬਾਅਦ ਲੱਗਦਾ ਨਹੀਂ ਹੈ ਕਿ ਜਿਹੜੇ ਕਰਫਿਊ ਦੇ ਜਿਹੜਾ ਸੀਗਾ ਕਿ ਕਰਫਿਊ ਉਠਾ ਲਿਆ ਜਾਏਗਾ, ਮੈਨੂੰ ਲੱਗਦਾ ਨਹੀਂ ਹੈ ਕਿ ਰਿਲੈਕਸੇਸ਼ਨ ਮਿਲਣ ਵਾਲਾ ਹੈ। ਮੇਰਾ ਸਵਾਲ ਇਹ ਹੈ ਕਿ ਪਿਛਲੇ 3-4 ਦਿਨ ਵਿੱਚ ਲਗਾਤਾਰ ਇੱਕ ਕ੍ਰੈਡਿਟ ਵਾਰ ਦੀ ਗੱਲ ਹੋ ਰਹੀ ਸੀ। ਕਾਂਗਰਸ ਦਾ ਦਾਅਵਾ ਸੀ, ਸਰਕਾਰ ਦਾ ਦਾਅਵਾ ਸੀ ਕਿ ਅਸੀਂ ਲੈ ਕੇ ਆਏ ਆ ਯਾਤਰੀਆਂ ਨੂੰ। ਉਧਰ ਅਕਾਲੀ ਦਲ ਕਹਿ ਰਿਹਾ ਸੀਗਾ ਕਿ ਬੀਬਾ ਹਰਸਿਮਰਤ ਬਾਦਲ ਨੇ ਦੇਸ਼ ਦੇ ਹੋਮ ਮਿਨਿਸਟਰ ਨਾਲ ਗੱਲ ਕੀਤੀ ਹੈ, ਉਹਦੇ ਬਾਅਦ ਇਹ ਹੋਇਆ, ਔਰ ਆਮ ਆਦਮੀ ਪਾਰਟੀ ਵੀ ਕ੍ਰੈਡਿਟ ਲੈ ਰਹੀ ਸੀ। ਹੁਣ ਜਦੋਂ ਇਹ ਪੋਜ਼ਿਟਿਵ ਆਏ ਨੇ ਲੋਕ, ਇਹਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਕ੍ਰੈਡਿਟ ਤੇ ਸਭ ਲੈ ਰਹੇ ਸੀ। ਮੈਂ ਪੁੱਛਣਾ ਚਾਹੂੰਗਾ ਤਿੰਨਾਂ ਆਗੂਆਂ ਨੂੰ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਹੈ? ਕਰੀਬ 1700 ਕਿਲੋਮੀਟਰ ਇਹ 35 ਘੰਟੇ ਦਾ ਸਫ਼ਰ ਕਰਕੇ ਇਹ ਲੋਕ ਆਏ ਨੇ। ਰਸਤੇ ਵਿੱਚ ਕਈ ਜਗ੍ਹਾ ਤੇ ਰੁਕੇ ਨੇ, ਉੱਥੇ ਚਾਹੇ ਯੂਥ ਕਾਂਗਰਸ ਨੇ ਲੰਗਰ ਲਾਏ ਸੀ ਜਾਂ ਹੋਰ ਲੋਕਾਂ ਨੇ ਲੰਗਰ ਲਾਏ ਸੀ, ਉਹਨਾਂ ਲੋਕਾਂ ਦੀ ਵੀ ਜਾਨ ਖਤਰੇ 'ਚ ਪਾਈ। ਲੱਗਦਾ ਨਹੀਂ ਹੈ ਕਿ ਡਾਕਟਰਾਂ ਦੀ ਟੀਮ ਜਿਹੜੀ ਹੈ ਇੱਥੋਂ ਨਾਲ ਜਾਣੀ ਚਾਹੀਦੀ ਸੀ, ਔਰ ਜਦੋਂ ਬੱਸਾਂ 'ਚ ਬੋਰਡ ਕੀਤਾ ਹੈ ਇਹਨਾਂ ਯਾਤਰੀਆਂ ਨੇ, ਉਦੋਂ ਉਹਨਾਂ ਦਾ ਇੱਕ ਪੂਰਾ ਪ੍ਰੋਪਰ ਚੈੱਕਅਪ ਹੋਣਾ ਚਾਹੀਦਾ ਸੀ। ਸੰਦੀਪ ਜੀ, ਪਹਿਲਾਂ ਤਾਂ ਆਪਾਂ 2 ਗੱਲਾਂ 'ਚ ਫਰਕ ਰੱਖੀਏ। ਇਹ ਜਿਹੜੇ ਪੋਜ਼ਿਟਿਵ ਆਏ ਹੈ, ਇਸ 'ਚ ਕੋਈ ਸ਼ੱਕ ਨਹੀਂ, ਇਹ ਨੰਦੇੜ ਸਾਹਿਬ ਤੋਂ ਆਏ ਆ, ਹਜ਼ੂਰ ਸਾਹਿਬ ਤੋਂ ਆਏ ਆ, ਪਰ ਇਹ ਸ਼ਰਧਾਲੂ ਉਹ ਹੈ ਜਿਹੜੀ ਆਪਦੀ ਹਿੰਮਤ ਕਰਕੇ ਚੁੱਪ ਚਪੇਤੀ ਉੱਥੋਂ 3 ਇਨੋਵਾ ਕਰਕੇ ਇੱਥੇ ਪਹੁੰਚੇ ਹੈਗੇ ਆ। ਗੱਲ ਕ੍ਰੈਡਿਟ ਵਾਰ ਦੀ ਨਹੀਂ ਸਾਹਿਬ, ਗੱਲ ਇਹ ਸੀ ਕਿ ਇੱਕ ਆਮ ਚਰਚਾ ਸੀ ਸਾਰੀ ਜਗ੍ਹਾ ਦੇ ਉੱਤੇ, ਇਹ ਸ਼ਰਧਾਲੂ ਜਿਹੜੇ 3,500 ਨੰਬਰ ਉੱਥੇ ਵਿਚਾਰੇ ਫਸੇ ਵੀ ਸੀ, ਉਹਨਾਂ ਨੂੰ ਪੰਜਾਬ ਲੈ ਕੇ ਆਉਣ ਦੀ ਗੱਲਾਂ ਚਿੱਠੀਆਂ ਦੀਆਂ ਚੱਲੀਆਂ। ਇਹ ਹੋਇਆ ਕਿ ਜੀ ਹੋਮ ਮਿਨਿਸਟਰੀ ਦਾ ਚਿੱਠੀ 4 ਦਿਨ ਪਹਿਲਾਂ ਹੀ ਜਾਰੀ ਕਰ ਦਿੱਤੀ, ਫਿਰ ਪਤਾ ਲੱਗਿਆ ਚਿੱਠੀ ਤਾਂ ਕੋਈ ਜਾਰੀ ਨਹੀਂ ਹੋਈ, ਮਹਾਰਾਸ਼ਟਰ ਦੇ ਵਿੱਚ ਕੀਤੀ। ਮਹਾਰਾਸ਼ਟਰ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਕਿਹਾ ਜੀ ਸਾਡੇ ਕੋਲੇ ਤਾਂ ਜ਼ਬਾਨੀ ਕਲਾਮੀ ਗੱਲ ਹੈਗੀ ਹੈ, ਸਾਡੇ ਕੋਲ ਕੁਝ ਆਇਆ ਨਹੀਂ। ਸੰਧੂ ਸਾਹਿਬ ਨੇ ਗੱਲ ਕੀਤੀ, ਜਗਦੀਪ ਜੀ ਨੇ, ਕਿ ਇੱਥੋਂ ਡਾਕਟਰਸ ਦੀ ਟੀਮ ਕਿਉਂ ਨਹੀਂ ਭੇਜੀ। ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਕਰੋਨਾ ਬਿਮਾਰੀ ਹੈ, ਇਹਦੀ ਜਿਹੜੀਆਂ ਐਡਵਾਈਜ਼ਰੀਜ਼ ਹੈ, ਜੇ ਤੁਸੀਂ ਇਹਨੂੰ ਧਿਆਨ ਨਾ ਕਰੋ, ਟੈਸਟਿੰਗ ਇਜ਼ ਨਾਟ ਦਾ ਓਨਲੀ ਵੇ ਬੜਾ, ਕਿਉਂਕਿ ਉੱਥੇ ਸੰਗਤ ਜਾਂ ਤਾਂ ਇਹ ਹੁੰਦਾ ਕਿ ਨਹੀਂ ਗਿਆ ਹੁੰਦਾ ਮਿਨਿਸਟਰੀ ਆਫ ਹੋਮ ਤੋਂ ਮਹਾਰਾਸ਼ਟਰ ਗਵਰਨਮੈਂਟ ਨੂੰ ਕੋਈ ਰਿਟਰਨ 'ਚ ਜਾਂਦਾ, ਰਿਟਰਨ ਦੇ ਵਿੱਚ ਉਹ ਅੱਗੇ ਕੁਝ ਕਰਦੇ। ਜੇ ਤੁਸੀਂ ਮੈਨੂੰ ਪੁੱਛਦੇ ਹੋ ਮਹਾਰਾਸ਼ਟਰ ਗਵਰਨਮੈਂਟ ਦਾ ਇੱਥੋਂ ਅਸੀਂ ਬੱਸਾਂ ਕਿਉਂ ਭੇਜਣੀਆਂ ਪਈਆਂ, ਇਹ ਸਾਰਾ ਕੁਝ ਪੰਜਾਬ ਗਵਰਨਮੈਂਟ ਨੂੰ ਇੱਥੋਂ ਕਿਉਂ ਕਰਨਾ ਪਿਆ? ਕਿਉਂਕਿ ਜਿਹੜੇ ਵੀ ਆਰਡਰਸ ਆਏ ਸੀ ਉਹ ਭਾਰਤ ਸਰਕਾਰ ਤੋਂ ਮਹਾਰਾਸ਼ਟਰ ਸਰਕਾਰ ਦੇ, ਉਹ ਇਸ ਕਿਸਮ ਦੇ ਸੀ ਜਿਸ ਤੇ ਮਹਾਰਾਸ਼ਟਰ ਸਰਕਾਰ ਨੇ ਕਿਹਾ ਜੀ ਤੁਸੀਂ ਆਪਦੇ ਲੈਵਲ ਤੇ ਜੋ ਕਰਨਾ ਕਰ ਲਓ, ਸਾਡੇ ਵੱਲੋਂ ਤਾਂ ਅਸੀਂ ਇੰਨਾ ਹੀ ਕੋਆਪਰੇਟ ਕਰ ਸਕਦੇ, ਜੇ ਤੁਸੀਂ ਲੈ ਕੇ ਜਾਣੇ ਆ ਲੈ ਜਾਓ। ਹੁਣ ਜਦੋਂ ਕੈਪਟਨ ਸੰਦੀਪ ਮੈਂ ਇੱਕ ਸਵਾਲ, ਕੈਪਟਨ ਸੰਦੀਪ ਮੇਰਾ ਇੱਕ ਸਵਾਲ ਹੈ, ਕੈਪਟਨ ਸਾਹਿਬ ਮੇਰਾ ਇੱਕ ਸਵਾਲ ਹੈ ਕਿ 3000 ਤੋਂ ਜ਼ਿਆਦਾ ਮਰੀਜ਼ ਸਿਰਫ ਮਹਾਰਾਸ਼ਟਰ 'ਚ ਆਏ ਹੈ। ਸਭ ਤੋਂ ਜ਼ਿਆਦਾ ਜਿਹੜੀ ਸਟੇਟ ਅਫੈਕਟਡ ਹੈ COVID-19 ਤੋਂ ਮਹਾਰਾਸ਼ਟਰ ਹੈ, ਲੇਕਿਨ ਸਾਡੀ ਨੀਤੀ ਕੀ ਸੀ? ਸਾਡੀਆਂ ਟੀਮਾਂ ਜੇ ਅਗਰ ਚਲੀਆਂ ਜਾਂਦੀਆਂ, ਉੱਥੇ ਸਕਰੀਨਿੰਗ ਹੁੰਦੀ ਪ੍ਰੋਪਰ, ਉੱਥੇ ਚੈੱਕ ਕੀਤਾ ਜਾਂਦਾ, ਉਹਨਾਂ ਨੂੰ ਇੱਥੇ ਆ ਕੇ ਆਈਸੋਲੇਟ ਕੀਤਾ ਜਾਂਦਾ। ਜਗਦੀਪ ਜੀ, ਇਹੀ ਸਕਰੀਨਿੰਗ ਤਾਂ ਆਪਾਂ ਬਠਿੰਡੇ ਕੀਤੀ ਕੱਲ, ਪਰ ਜਿਹੜੇ ਆ ਪੋਜ਼ਿਟਿਵ ਆਏ ਆ ਉਹ ਲੋਕ ਨਹੀਂ ਹੈਗੇ ਜਿਹਨੂੰ ਆਪਾਂ ਇੱਕ ਸਿਸਟਮ ਦੇ ਜ਼ਰੀਏ ਲੈ ਕੇ ਆ ਰਹੇ ਆ। ਮੈਂ ਸ਼ੁਰੂ 'ਚ ਵੀ ਤੁਹਾਨੂੰ ਇਹ ਗੱਲ ਆਖੀ ਸੀ, ਫਰਕ ਸਮਝੋ। ਇਹ ਜਿਹੜੇ ਵਿਚਾਰੇ ਸ਼ਰਧਾਲੂ ਆਏ ਆ, ਇਹ ਇਨੋਵਾ ਗੱਡੀਆਂ ਤੇ ਆਪ ਕਿਸੇ ਤਰੀਕੇ ਨਾਲ ਰਾਤ ਬਰਾਤੇ ਕਰਦੇ ਹੋਏ ਪਹੁੰਚ ਗਏ। ਜਿਹੜੇ ਪੰਜਾਬ ਸਰਕਾਰ ਨੇ, ਜਿਹੜੇ ਤੁਸੀਂ ਹੁਣ ਯੂਥ ਕਾਂਗਰਸ ਦੇ ਲੰਗਰ ਦੀ ਗੱਲ ਕੀਤੀ ਆ, ਉਹ ਤਾਂ ਹਜੇ ਆਉਣੇ ਸ਼ੁਰੂ ਹੋਏ ਆ, ਔਰ ਉਹਨਾਂ ਲਈ ਇਕਾਂਤ ਵਾਸਤੇ ਉਹਨਾਂ ਲਈ ਸਾਰਾ ਜਿਹੜਾ ਸਿਸਟਮ ਹੈ ਇਨ ਪਲੇਸ ਹੈਗਾ। ਸੋ ਕੋਈ ਵੀ ਉਹ ਜਿਹੜੇ ਯਾਤਰੀ ਆ ਰਹੇ ਆ ਜਿਹਨੂੰ ਸਰਕਾਰ ਨੇ ਕਹਿ ਲਓ ਕਦਮ ਚੱਕਿਆ, ਸਹਿਯੋਗ ਭਾਵੇਂ ਮਹਾਰਾਸ਼ਟਰ ਸਰਕਾਰ ਦਾ ਹੈ, ਭਾਵੇਂ ਭਾਰਤ ਸਰਕਾਰ ਦਾ ਹੈ, ਭਾਵੇਂ ਕੋਈ ਵੀ ਲੈਣਾ ਚਾਹੁੰਦਾ ਹੋਵੇ, ਇਸ ਕੋਈ ਇਤਰਾਜ਼ ਨਹੀਂ, ਸਰਕਾਰ ਨੇ ਉਸ ਲਈ ਪੂਰੀ ਵਿਵਸਥਾ ਬਣਾਈ ਹੈ। ਚੀਮਾ ਸਾਹਿਬ ਨੇ ਸਵਾਲ ਕੀਤਾ ਕਿ ਜੀ ਪਹਿਲਾਂ ਟੈਸਟਿੰਗ ਕਰ ਲਓ ਫਿਰ ਕੁਆਰੰਟਾਈਨ ਭੇਜਿਓ। ਸਾਹਿਬ, ਇਹ ਬਿਮਾਰੀ ਦੇ ਲੱਛਣ ਜਿਹੜੇ ਆ ਇਹ ਇਸ ਕਿਸਮ ਦੇ ਹੈਗੇ ਆ। ਕੈਪਟਨ ਸੰਦੀਪ, ਜਿਹੜਾ ਤੁਹਾਡਾ ਪ੍ਰੋਟੋਕਾਲ ਹੈ, ਕੈਪਟਨ ਸੰਦੀਪ, ਜਿਹੜਾ ਸਰਕਾਰ ਦਾ ਪ੍ਰੋਟੋਕਾਲ ਹੈ, ਇੰਟਰਸਟੇਟ ਜੋ ਵੀ ਮੂਵਮੈਂਟ ਹੁੰਦੀ ਹੈ, ਉਸ ਤੋਂ ਬਾਅਦ ਸੈਲਫ ਆਈਸੋਲੇਟ ਜਾਂ ਕੁਆਰੰਟਾਈਨ ਕਰਨ ਦਾ ਇੱਕ ਬਣਾਇਆ ਗਿਆ ਨਿਯਮ ਬਣਾਇਆ ਗਿਆ, ਕਿਉਂ ਨਹੀਂ ਫੋਲੋ ਹੋਇਆ? ਅਗਰ ਬਠਿੰਡਾ ਤੋਂ ਚੋਰੀ ਛਪੀਤੇ ਸਟੇਟ ਕ੍ਰਾਸ ਕਰਕੇ ਆਇਆ, ਕਿਉਂ ਨਹੀਂ ਉਹਨਾਂ ਲੋਕਾਂ ਨੂੰ ਚੈੱਕ ਕੀਤਾ ਗਿਆ? ਬਠਿੰਡਾ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ ਹੈ? This is the right question। ਆ ਸਵਾਲ ਤੁਸੀਂ ਬਿਲਕੁਲ ਸਹੀ ਕੀਤਾ ਕਿ ਜੇ ਉਹ ਯਾਤਰੀ ਨਹੀਂ ਹੈਗੇ, ਜਿਹੜੇ ਉਹ ਬੱਸਾਂ ਤਾਂ ਜਿਹੜੀਆਂ ਸਰਕਾਰ ਨੇ ਜਾਂ ਪ੍ਰੋਵਾਈਡ ਕੀਤੇ ਜੀ, ਉਹ ਨਹੀਂ, ਇਹ ਕਿਸ ਤਰੀਕੇ ਨਾਲ
ਆਪਦੇ ਪਿੰਡ ਪਹੁੰਚ ਕੇ ਬਿਨਾਂ ਕਿਸ ਤੋਂ ਕਿਸੇ ਨਾਕੇ ਤੇ ਨਹੀਂ ਰੋਕੇ ਗਏ ਜਾਂ ਕਿਸੇ ਉਸ ਤੇ ਰੋਕੇ। ਸਾਰੀਆਂ ਸਟੇਟਾਂ ਨੇ ਆਪਦੇ ਬਾਰਡਰ ਸੀਲ ਕੀਤੇ ਹੋਏ ਹੈ। ਲਾਕਡਾਊਨ ਦੀ ਗੱਲ ਹੋਈ ਹੈ, ਇਸ ਗੱਲ ਦੀ ਸੀਐਮ ਸਾਹਿਬ ਨੇ ਆਲਰੇਡੀ ਇਨਕੁਆਇਰੀ ਆਰਡਰ ਕਰ ਦਿੱਤੀ ਗਈ ਹੈ ਕਿ ਜਿਹੜੀਆਂ 3 ਗੱਡੀਆਂ ਇਨੋਵਾ ਪਹੁੰਚੀਆਂ ਇਹ ਕਿਹੜੇ ਰਸਤੇ ਕਿਵੇਂ ਪਹੁੰਚੀਆਂ ਹੈਗੀਆਂ। ਆਲਰੇਡੀ ਇਸ ਤੇ ਇਨਕੁਆਇਰੀ ਹੋਗੀ ਔਰ ਜੋ ਜ਼ਿੰਮੇਵਾਰੀ ਬਣਦੀ ਹੈ ਉਹ ਜਿਹਦੇ ਤੇ ਬਣਦੀ ਹੋਗੀ ਉਹ ਕੀਤੀ ਜਾਊਗੀ। ਪਰ ਜ਼ਰੂਰੀ ਅੱਜ ਗੱਲ ਇਸ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਜਿਹੜੇ ਹੁਣ ਯਾਤਰੀ ਪਹੁੰਚ ਰਹੇ ਆ, ਭਾਵੇਂ ਮਜਨੂ ਕੇ ਟਿੱਲੇ ਤੇ ਜਿਹੜੇ ਆਪਣੇ ਸ਼ਰਧਾਲੂ ਬੈਠੇ ਆ, ਉਹ ਹੈ ਜਿਨ੍ਹਾਂ ਨੇ ਵੀ ਇੱਥੇ ਪਹੁੰਚਣਾ ਹੈ, ਕੀ ਉਹਦੇ ਲਈ ਪੰਜਾਬ ਸਰਕਾਰ ਦੀ ਤਿਆਰੀ ਹਰ ਪਾਸਿਓਂ ਮੁਕੰਮਲ ਹੈ? ਉਹਦਾ ਜਵਾਬ ਹੈ ਜੀ ਹਾਂ ਹੈ। ਹਰ ਕਿਸਮ ਦੀ ਤਿਆਰੀ ਮੁਕੰਮਲ ਹੈ ਔਰ ਜੇ ਇਸ ਤਰੀਕੇ ਨਾਲ ਜਿਹੜੇ ਯਾਤਰੀ ਹੈ ਇਹਨਾਂ ਨੂੰ ਵੀ ਹੁਣ ਕੁਆਰੰਟਾਈਨ ਕਰ ਦਿੱਤਾ ਗਿਆ ਹੈਗਾ ਔਰ ਜਿਹੜੇ ਬਾਕੀ ਹੋਣਗੇ ਉਹਨਾਂ ਲਈ ਵੀ ਇਹੀ ਚੀਜ਼ ਜਾਂ ਇਹੀ ਜਿਹੜਾ ਰੂਲ ਹੈ ਫੋਲੋ ਕੀਤਾ ਜਾਊਗਾ। ठीक है, सो संदीप जी कह रहे हैं कि प्रोटोकॉल ਨੂੰ ਫੋਲੋ ਕੀਤਾ ਜਾਊਗਾ। हाँ बिल्कुल, इस मसले ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੂਰੇ ਦੇਸ਼ ਵਿੱਚ ਲੋਕਡਾਊਨ ਲੱਗਿਆ ਹੈ, ਪੰਜਾਬ ਵਿੱਚ ਕਰਫਿਊ ਹੈ, ਤਾਂ ਜੋ ਨਿੱਜੀ ਇਨੋਵਾ ਕਰਵਾ ਕੇ ਕੋਈ ਨੰਦੇੜ ਸਾਹਿਬ ਤੋਂ ਤੁਰਦਾ ਤਾਂ ਪੰਜਾਬ ਪਹੁੰਚ ਜਾਂਦਾ ਹੈ, ਕਿਸ ਤਰ੍ਹਾਂ ਕਿਸੇ ਦੀ ਤਾਂ ਜ਼ਿੰਮੇਵਾਰੀ ਨਿਰਧਾਰਿਤ ਕਰਨੀ ਪਵੇਗੀ। ਪੂਰੇ ਸਵਾਲਾਂ ਤੇ ਅਸੀਂ ਵਿਸ਼ਲੇਸ਼ਣ ਕਰਾਂਗੇ। ਸੋ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਲਗਾਤਾਰ ਇਸੇ ਸੈਂਸਿਟਿਵ ਜਿਹੇ ਇਸ਼ੂ ਤੇ ਅਸੀਂ ਚਰਚਾ ਕਰ ਰਹੇ ਹਾਂ, ਪਰ ਸਵਾਲ ਹੈ ਜਿਸ ਦਾ ਤੁਸੀਂ ਸਾਨੂੰ ਜਵਾਬ ਭੇਜ ਸਕਦੇ ਹੋ। ਸੋ ਹਾਂ ਤੇ ਨਾ ਦੇ ਵਿੱਚ ਆਪਣਾ ਜਵਾਬ ਭੇਜ ਸਕਦੇ ਹੋ।
ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ। ਸੋ ਲਾਪਰਵਾਹੀ ਦਾ ਜ਼ਿਕਰ ਹੋ ਰਿਹਾ ਹੈ। ਸੋ ਸਵਾਲ ਹੈ ਕਿ ਸ਼ਰਧਾਲੂਆਂ ਤੋਂ ਬਿਨਾਂ ਇਕਾਂਤਵਾਸ ਵਿੱਚ ਜੋ ਅਸੀਂ ਸਵਾਲ ਰੱਖਿਆ ਜਿਸ ਦਾ ਤੁਸੀਂ ਜਵਾਬ ਸਾਨੂੰ ਭੇਜ ਸਕਦੇ ਹੋ। ਸੋ ਦਰਸ਼ਕਾਂ ਤੋਂ ਸਵਾਲ ਹੈ ਕਿ ਸ਼ਰਧਾਲੂਆਂ ਨੂੰ ਬਿਨਾਂ ਇਕਾਂਤਵਾਸ ਘਰ ਭੇਜਣਾ ਕੀ ਸਰਕਾਰ ਦੀ ਲਾਪਰਵਾਹੀ ਹੈ। ਸੋ ਕਈ ਤਰ੍ਹਾਂ ਦੇ ਸਾਡੇ ਸੋਰਸਿਸ ਤੋਂ ਸਾਨੂੰ ਅੰਕੜੇ ਮਿਲ ਰਹੇ ਨੇ, ਜਿਸ ਤਰ੍ਹਾਂ ਦੇ ਨਾਲ 27 ਤਰੀਕ ਨੂੰ ਜਿਹੜਾ ਲੈਟਰ ਉਹ ਜਨਤਕ ਹੁੰਦਾ ਹੈ। ਪ੍ਰਿੰਸੀਪਲ ਸੈਕਟਰੀ ਅਨੁਰਾਗ ਅਗਰਵਾਲ ਜੋ ਲੈਟਰ ਲਿਖਦੇ ਨੇ 27 ਤਰੀਕ ਨੂੰ, ਉਸ ਤੋਂ ਬਾਅਦ ਇਸ ਮਸਲੇ ਤੇ ਵਿਚਾਰ ਕੀਤਾ ਜਾਂਦਾ ਹੈ। ਵੱਖ-ਵੱਖ ਮਹਿਕਮਿਆਂ ਨੂੰ ਭੇਜਿਆ ਜਾਂਦਾ ਹੈ। ਪ੍ਰਿੰਸੀਪਲ ਸੈਕਟਰੀ ਸੀਐਮ ਦਫ਼ਤਰ ਭੇਜਿਆ ਜਾਂਦਾ, ਡੀਜੀਪੀ ਪੰਜਾਬ ਨੂੰ, ਚੀਫ ਸੈਕਟਰੀ ਪੰਜਾਬ ਨੂੰ ਇਹ ਲੈਟਰ ਭੇਜਿਆ ਜਾਂਦਾ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੋ ਵੀ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਨੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇਗਾ। ਸੋ ਇਸ ਮਸਲੇ ਤੇ ਪੂਰੀਆਂ ਗਾਈਡਲਾਈਨਸ ਭੇਜੀਆਂ ਜਾਂਦੀਆਂ ਨੇ। ਪਰ ਵੱਡੀ ਗੱਲ ਹੈ ਕਿ ਕਈ ਥਾਵਾਂ ਤੇ ਸ਼ਰਧਾਲੂ ਇਸ ਲੈਟਰ ਤੋਂ ਪਹਿਲਾਂ ਪਹੁੰਚ ਜਾਂਦੇ ਨੇ। ਸੋ ਲੈਟਰ ਬਾਅਦ ਦੇ ਵਿੱਚ ਜਨਤਕ ਹੁੰਦਾ ਹੈ, ਸ਼ਰਧਾਲੂ ਪਹਿਲਾਂ ਪਹੁੰਚ ਜਾਂਦੇ ਨੇ। ਕਿਤੇ ਨਾ ਕਿਤੇ ਸਰਕਾਰ ਦੀ ਕਮੀ ਕਹਿ ਸਕਦੇ ਆ ਕਿ ਗੌਰ ਇਸ ਮਸਲੇ ਤੇ ਕਰਨਾ ਚਾਹੀਦਾ ਹੈ। ਮੈਂ ਕੈਪਟਨ ਸੰਦੀਪ ਸਿੰਘ ਸੰਧੂ ਜੀ ਨੂੰ ਇਹ ਸਵਾਲ ਪੁੱਛਾਂਗਾ। ਸੰਦੀਪ ਜੀ, ਇਸ ਮਸਲੇ ਤੇ ਹਾਲਾਂਕਿ ਜੋ ਮੈਂ ਲੈਟਰ ਦਾ ਵੇਰਵਾ ਦਿਖਾਇਆ ਹੈ ਕਿ ਪ੍ਰਿੰਸੀਪਲ ਸੈਕਟਰੀ 27 ਤਰੀਕ ਨੂੰ ਲੈਟਰ ਭੇਜ ਦਿੰਦੇ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਨੂੰ, ਮੁੱਖ ਮੰਤਰੀ ਦੇ ਦਫ਼ਤਰ ਭੇਜ ਦਿੱਤਾ ਜਾਂਦਾ, ਡੀਜੀਪੀ ਪੰਜਾਬ ਨੂੰ ਭੇਜ ਦਿੱਤਾ ਜਾਂਦਾ, ਤਮਾਮ ਮਹਿਕਮਿਆਂ ਨੂੰ ਭੇਜ ਦਿੱਤਾ ਜਾਂਦਾ ਹੈ। ਪਰ ਜੋ ਅੰਮ੍ਰਿਤਸਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਸ਼ਰਧਾਲੂ ਪਹਿਲਾਂ ਪਹੁੰਚ ਜਾਂਦੇ ਨੇ, ਹਾਲਾਂਕਿ ਕੁਝ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ, ਪਰ ਜਿਨ੍ਹਾਂ ਨੂੰ ਬਿਨਾਂ ਕੁਆਰੰਟਾਈਨ ਕੀਤੇ ਘਰ ਭੇਜ ਦਿੱਤਾ ਗਿਆ, ਇੱਕ ਥਰਮਲ ਸਕਰੀਨਿੰਗ ਕਰਕੇ ਭੇਜ ਦਿੱਤਾ ਗਿਆ। ਹੁਣ ਜੋ ਪੋਜ਼ਿਟਿਵ ਅੰਕੜੇ ਸਾਹਮਣੇ ਆਏ ਨੇ, ਜੋ ਉਹਨਾਂ ਸ਼ਰਧਾਲੂਆਂ ਨੂੰ ਘਰਾਂ ਤੋਂ ਲਿਆਉਣ ਦਾ ਸਿਲਸਿਲਾ ਹੈ, ਜਿਸ ਤਰ੍ਹਾਂ ਨਾਲ ਪੋਜ਼ਿਟਿਵ ਮਾਮਲੇ ਆਏ ਨੇ, ਉਹਨਾਂ ਦੀ ਜਾਨ ਦਾ ਜ਼ਿੰਮੇਵਾਰ ਆਖਰਕਾਰ ਕੌਣ ਹੈ? ਤੁਹਾਨੂੰ ਨਹੀਂ ਲੱਗਦਾ ਕਿ ਇਕਾਂਤਵਾਸ ਵਿੱਚ ਰੱਖਣਾ ਜ਼ਰੂਰੀ ਹੈ? ਹਾਲਾਂਕਿ ਇਕੱਲੇ ਅੰਮ੍ਰਿਤਸਰ ਦਾ ਮਾਮਲਾ ਨਹੀਂ, ਜਿੰਨੇ ਵੀ ਸ਼ਰਧਾਲੂ ਕੋਈ ਹਜ਼ੂਰ ਸਾਹਿਬ ਤੋਂ ਆਏ ਉਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਣਾ ਜ਼ਰੂਰੀ ਸੀ ਜੋ ਟਾਈਮ ਪੀਰੀਅਡ ਹੈ। ਦੇਖੋ, ਇਸ ਤਰ੍ਹਾਂ ਜੀ ਪੂਰੇ ਕੰਟਰੀ ਦੇ ਵਿੱਚ ਲੋਕਡਾਊਨ ਹੈ। ਸਾਰੀਆਂ ਸਟੇਟਾਂ ਨੇ ਆਪਦੇ ਜਿਹੜੇ ਬਾਰਡਰ ਹੈ ਸੀਲ ਕੀਤੇ ਹੋਏ ਆ। ਜਿਹੜੀ ਆ ਸ਼ਰਧਾਲੂਆਂ ਵਾਲੀ ਮੂਵਮੈਂਟ ਹੋਈ ਹੈ, ਸਪੈਸ਼ਲ ਆਰਡਰਸ ਦੀ ਮੂਵਮੈਂਟ ਹੋਈ ਹੈ। ਜਿਹੜੇ ਸ਼ਰਧਾਲੂ ਆਪਣੀ ਹਿੰਮਤ ਨਾਲ ਪਹੁੰਚ ਕੇ ਗੱਡੀਆਂ ਪ੍ਰਾਈਵੇਟ ਕਰਕੇ ਉਹ ਇੱਕ ਨਹੀਂ ਉਹ 3-4 ਸਟੇਟਾਂ ਦੇ ਬਾਰਡਰਸ ਕਿੰਨੇ ਕਿਲੋਮੀਟਰ ਮਤਲਬ ਆਲਮੋਸਟ ਨੰਦੇੜ ਸਾਹਿਬ ਤੋਂ ਜੀ ਮੇਰੇ ਹਿਸਾਬ ਦੇ ਨਾਲ ਆਲਮੋਸਟ 2 ਦਿਨ ਲੱਗ ਜਾਂਦੇ ਜੇ ਆਪਾਂ ਲਗਾਤਾਰ ਗੱਡੀ ਚਲਾਈਏ ਜੀ। ਇਸ ਕਿਸਮ ਦਾ ਉਹਦਾ ਡਿਸਟੈਂਸ ਹੈਗਾ ਜਿਹੜਾ ਕਵਰ ਕਰਕੇ ਆਉਂਦਾ ਹੈ। ਜਿੱਥੋਂ ਤੱਕ ਮੈਂ ਗੱਲ ਆਖੀ ਕਿ ਜਦੋਂ ਹਰ ਪਾਸਾ ਸੀਲ ਹੋਵੇ, ਸਰਕਾਰ ਦੀ ਐਡਵਾਈਜ਼ਰੀ ਦੀ ਕੰਪਲਾਈਂਸ ਹੈ ਉਹ ਪੂਰੀ ਹੋ ਰਹੀ ਹੋਵੇ, ਔਰ ਸ਼ਰਧਾਲੂਆਂ ਦੇ ਜਿਹੜੇ ਐਕਚੁਅਲ ਆਪਾਂ ਪਲਾਨਡ ਤਰੀਕੇ ਨਾਲ ਸ਼ਰਧਾਲੂਆਂ ਨੂੰ ਲੈ ਕੇ ਆ ਰਹੇ ਹਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਜਿਹੜੀ ਇੱਕ ਜਿਹਨੂੰ ਕਹਿ ਲਓ ਆਰਡਰਸ ਕਹਿ ਲਓ, ਉਹਨਾਂ ਨੂੰ ਭਾਵੇਂ ਉਹਨਾਂ ਨੂੰ ਇੱਕ ਜ਼ਰੀਆ ਕਹਿ ਲਓ ਵੀ ਉਹ ਤਿਆਰ ਕਰ ਦਿੱਤਾ ਜਾਵੇ ਕਿ ਜਦੋਂ ਸ਼ਰਧਾਲੂ ਆਉਣਗੇ ਉਹਨਾਂ ਨੂੰ ਇਸ ਤਰੀਕੇ ਨਾਲ ਕੁਆਰੰਟੀਨ ਕਰਕੇ ਜਾਂ ਸਕਰੀਨ ਕਰਕੇ ਜਾਂ ਟੈਸਟ ਕਰਕੇ ਫਿਰ ਉਹ ਆਪਦਾ ਜਿਹੜਾ ਹੈਗਾ ਘਰ ਪਹੁੰਚਣਗੇ। ਸੋ ਸਰਕਾਰ ਨੇ ਉਸ ਕਿਸਮ ਦੀ ਤਿਆਰੀ ਕਰ ਰੱਖੀ ਸੀ। ਜਿਹੜੇ ਇਹ ਸ਼ਰਧਾਲੂ ਆਪਦੀ ਹਿੰਮਤ ਨਾਲ ਪਹੁੰਚੇ, ਆਪਾਂ ਬ੍ਰੇਕ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਸੀਐਮ ਸਾਹਿਬ ਨੇ ਡੀਜੀਪੀ ਸਾਹਿਬ ਨੂੰ ਹੁਕਮ ਦੇ ਦਿੱਤੇ ਗਏ ਹਨ ਕਿ ਇਹ ਸਾਰੀ ਡਿਟੇਲ ਚੈੱਕ ਕਰਨ ਕਿ ਕਦੋਂ ਉੱਥੋਂ ਚੱਲੇ ਆ, ਕਿਵੇਂ ਪਹੁੰਚੇ ਇੱਥੇ, ਕਿਵੇਂ ਇਹ ਬਠਿੰਡੇ ਤੋਂ ਲੈ ਕੇ ਆਪਦੇ ਘਰ ਜਿੱਥੇ ਭਾਵੇਂ ਸੁਰ ਸਿੰਘ ਵਾਲੇ ਤੁਸੀਂ ਜਾਂ ਜਿੱਥੇ ਸੀ ਉੱਥੇ ਕਿਵੇਂ ਪਹੁੰਚਿਆ, ਇਹਦੀ ਜ਼ਰੂਰ ਅੱਗੇ ਤੱਕ ਪੂਰੀ ਤਹਿਕੀਕਾਤ ਕਰਨ। ਬਿਲਕੁਲ, ਡਿਪਾਰਟਮੈਂਟਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਪਹੁੰਚਾ। ਮਾਜਰਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਇੱਕ ਅਸੀਂ ਸੈਂਸਿਟਿਵ ਪੁਆਇੰਟ, ਹਾਲਾਂਕਿ ਮੇਰੇ ਸਹਿਯੋਗੀ ਜਗਦੀਪ ਸਿੰਘ ਸੰਧੂ ਨੇ ਵੀ ਇਸ ਮਸਲੇ ਤੇ ਚਰਚਾ ਕੀਤੀ ਕਿ ਉਹ ਪਹੁੰਚ ਕਿੱਦਾਂ ਗਏ। ਜਿਸ ਤਰ੍ਹਾਂ ਨਾਲ ਸੰਦੀਪ ਸੰਧੂ ਜ਼ਿਕਰ ਕਰ ਰਹੇ ਨੇ ਕਿ ਆਪਣੀਆਂ ਨਿੱਜੀ ਇਨੋਵਾ ਲੈ ਕੇ ਕੋਈ ਉੱਥੋਂ ਤੁਰਦਾ ਤੇ ਪੰਜਾਬ ਪਹੁੰਚ ਜਾਂਦਾ। ਇਸ ਤਰ੍ਹਾਂ ਫਿਰ ਸਮਝਿਆ ਜਾ ਸਕਦਾ ਕਿ ਅਜਿਹੇ ਪੁਆਇੰਟਸ ਤੇ ਅਸੀਂ ਮਾਰ ਖਾ ਸਕਦੇ ਹਾਂ। ਹਾਲਾਂਕਿ ਅਸੀਂ ਤਾਂ ਲੜਾਈ ਲੜ ਰਹੇ ਹਾਂ ਕਿ ਕਰੋਨਾ ਨਾਲ ਕਿੱਦਾਂ ਜਿੱਤਿਆ ਜਾਵੇ, ਇਸ ਨੂੰ ਕਿਸ ਤਰ੍ਹਾਂ ਮਾਤ ਦਿੱਤੀ ਜਾਵੇ। ਇਸ ਤਰ੍ਹਾਂ ਨਾਲ ਤਾਂ ਸਾਨੂੰ ਇਹ ਇੱਕ ਗਲਤੀ ਹੋਰ ਮਰਵਾ ਸਕਦੀ ਹੈ। ਕ੍ਰਿਸ਼ਨ ਦੀ ਗੱਲ ਇਹ ਆ ਜੋ ਸੰਧੂ ਸਾਹਿਬ ਨੇ ਕਹੀ ਆ, ਬਿਲਕੁਲ ਠੀਕ ਕਿਹਾ, ਮੈਂ ਸਹਿਮਤ ਹਾਂ ਇਹਨਾਂ ਨਾਲ ਕਿ ਇਸ ਤਰ੍ਹਾਂ ਦੀ ਜਿਹੜੀ ਆਹ ਸੁਰ ਸਿੰਘ ਵਾਲੇ ਦੀ ਘਟਨਾ, ਇਹ ਪਾਰਟੀਕੂਲਰ ਘਟਨਾ ਜਿਹੜੀ ਆ, ਇਹਦੇ 'ਚ ਜੋ ਕੁਝ ਵਾਪਰਿਆ, ਮੈਂ ਸਮਝਦਾ ਮਿਨਿਸਟਰੀ ਆਫ ਹੈਲਥ ਦਾ ਜਿਹੜਾ ਗੌਰਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ, ਪੰਜਾਬ ਸਰਕਾਰ ਜੋ ਕਰ ਸਕਦੀ ਸੀ, ਜੋ ਕਰਨਾ ਚਾਹੀਦਾ ਸੀ ਉਹ ਕੀਤਾ, ਉਹਦੇ 'ਚ ਕੋਈ ਇਤਰਾਜ਼ ਨਹੀਂ, ਬਿਲਕੁਲ ਠੀਕ ਕੀਤਾ। ਔਰ ਇਸ ਤਰ੍ਹਾਂ ਕਰਕੇ ਹੀ ਆਈਡੈਂਟੀਫਾਈ ਹੋਏ ਨੇ, ਇਹਦੇ ਤਾਂ ਕੋਈ ਰੌਲਾ ਹੀ ਨਹੀਂ ਹੈ। ਆ ਜਿਹੜੀਆਂ ਨਵੀਆਂ ਗੱਲਾਂ ਤੋਰਤੀਆਂ, ਨਵੀਆਂ ਚਰਚਾਵਾਂ ਛੇੜਤੀਆਂ, ਇਤਰਾਜ਼ ਇਸ ਤੇ ਆ, ਦੁੱਖ ਇਸ ਤੇ ਆ
ਮਤਲਬ ਹੈਲਥ ਮਿਨਿਸਟਰ ਸਾਹਿਬ ਜਿਹੜੇ ਕਹਿ ਰਹੇ ਨੇ ਨਾ ਵੀ ਇਹ ਕੋਈ ਸ਼ਰਾਰਤੀ ਨੇ ਜੀ, ਉਹਨਾਂ ਤੇ ਐਕਸ਼ਨ ਲਿਆ ਜਾਊਗਾ, ਕੇਸ ਬਣਾਏ ਜਾਣਗੇ, ਉਹ ਉਚਿਤ ਨਹੀਂ, ਉਹ ਚੰਗੀ ਗੱਲ ਨਹੀਂ। ਹੁਣ ਮੈਂ ਦੱਸਦਾ ਤੁਹਾਨੂੰ ਕ੍ਰਿਸ਼ਨ ਜੀ, ਜਿਹੜੀ ਅਸਲੀਅਤ ਆ ਉੱਥੇ ਦੇਖੋ 1.5 ਮਹੀਨੇ ਤੋਂ ਲੋਕ ਫਸੇ ਹੋਏ ਸੀ, ਤੰਗ ਸੀ, ਘਰਾਂ ਦੀਆਂ ਮਜਬੂਰੀਆਂ ਸੀ। ਔਰ ਇਹ ਵੀ ਸੱਚ ਆ ਵੀ ਮਹਾਰਾਸ਼ਟਰ ਦੇ ਵਿੱਚ ਕਰੋਨਾ ਜ਼ਿਆਦਾ ਫੈਲ ਰਿਹਾ, ਕੁਝ ਡਰੇ ਹੋਏ ਸੀ, ਕੁਝ ਇੱਥੋਂ ਲੋੜ ਸੀ, ਘਰਾਂ ਦੀ ਮਜਬੂਰੀ ਸੀ। ਪਰ ਜੋ ਉੱਥੇ ਬਾਬਿਆਂ ਨੇ, ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਜੋ ਸੇਵਾ ਕੀਤੀ, ਉਹਦੇ ਸਾਰੇ ਸੰਤੁਸ਼ਟ ਸੀ। ਪਰ ਘਰ ਦੀਆਂ ਮਜਬੂਰੀਆਂ ਕਰਕੇ ਆਉਣਾ ਸੀ, ਉਹ ਬੰਦੋਬਸਤ ਕਰਕੇ ਆ ਗਏ। ਉਹਦੇ 'ਚ ਇਕੱਲੀ ਪੰਜਾਬ ਸਰਕਾਰ ਤਾਂ ਜ਼ਿੰਮੇਵਾਰ ਨਹੀਂ, ਉਹਦੇ 'ਚ ਤਾਂ 3-4 ਹੋਰ ਸੂਬਿਆਂ ਦੀਆਂ ਸਰਕਾਰਾਂ ਦੇ ਬਾਰਡਰ ਵੀ ਲੰਘ ਕੇ ਆਏ ਆ। ਤੇ ਮਜਬੂਰੀ 'ਚ ਆ ਜਾਂਦਾ ਬੰਦਾ, ਆਪਣੇ ਹਿੱਲੇ ਵਸੀਲੇ ਵਰਤ ਕੇ ਆ ਗਿਆ। ਮੈਂ ਇਹ ਗੱਲ ਬੜੀ ਕਲੀਅਰ ਕਰਨੀ ਚਾਹੁੰਦਾ। ਪਹਿਲੀ ਗੱਲ ਕਿ ਉਹ ਕੋਈ ਬੰਦਾ ਜਾਣ ਬੁੱਝ ਕੇ ਆਪਣੇ ਪਰਿਵਾਰ 'ਚ, ਆਪਣੇ ਪਿੰਡ 'ਚ, ਆਪਣੇ ਸੂਬੇ 'ਚ ਕੋਈ ਬਿਮਾਰੀ ਨਹੀਂ ਲੈ ਕੇ ਆਉਣਾ ਚਾਹੁੰਦਾ। ਜੇ ਕਿਸੇ, ਅੱਛਾ ਮੈਨੂੰ ਇਹ ਦੱਸੋ, ਜੇ ਮਹਾਰਾਸ਼ਟਰ 'ਚ ਉਹਨਾਂ ਨੂੰ ਪਤਾ ਆਇਡੈਂਟੀਫਾਈ ਹੋ ਜਾਂਦੇ, ਉੱਥੇ ਨਾ ਆਪਾਂ ਇਲਾਜ ਕਰਾਉਂਦੇ? ਜੇ ਹਰਿਆਣੇ 'ਚ ਆਇਡੈਂਟੀਫਾਈ ਹੋ ਜਾਂਦੇ, ਉੱਥੇ ਨਾ ਇਲਾਜ ਕਰਾਉਂਦੇ? ਜਦੋਂ ਦੇਸ਼ ਇੱਕ ਆ, ਦੁਨੀਆ ਇੱਕ ਆ, ਸਾਰੀ ਮਾਜਰਾ ਸਾਹਿਬ ਤੁਸੀਂ ਨਹੀਂ ਮੰਨਦੇ ਕਿ ਮਹਾਰਾਸ਼ਟਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਸੀ? ਤਕਰੀਬਨ 40 ਦਿਨ ਤੋਂ ਬਾਅਦ ਉਹਨਾਂ ਸ਼ਰਧਾਲੂ ਨੂੰ ਉੱਥੇ ਹੋ ਗਏ ਸੀ। ਦੇਖੋ ਸਰਕਾਰ ਦੀ ਦੇਖੋ ਗੱਲ ਇਹ ਆ, ਸਰਕਾਰ ਦੀ ਡਿਊਟੀ ਬਣਦੀ ਸੀ। ਸਰਕਾਰ ਨੂੰ ਜਦੋਂ ਪਤਾ ਲੱਗਿਆ, ਸਰਕਾਰ ਨੇ ਕਰਕੇ ਕੀਤਾ। ਹੁਣ ਆਪਾਂ ਐਵੇਂ ਲਕੀਰ ਨੂੰ ਕੁੱਟੀ ਜਾਈਏ, ਉਹ ਚੰਗਾ ਨਹੀਂ ਲੱਗਦਾ। ਇਹ ਜਿਹੜਾ ਪ੍ਰਭਾਵ ਪਾਇਆ ਜਾ ਰਿਹਾ ਵੀ ਪਤਾ ਨਹੀਂ ਵਾਇਆ ਨੰਦੇੜ ਕਰੋਨਾ ਆ ਗਿਆ ਜੀ, ਜਾਂ ਸ਼ਰਧਾਲੂ ਉੱਥੋਂ ਆਉਣੇ ਚਾਹੀਦੇ ਕਿ ਨਹੀਂ ਆਉਣੇ ਚਾਹੀਦੇ ਸੀ, ਇਹ ਜਿਹੜੀ ਚਰਚਾ ਛੇੜੀ ਆ, ਇਹ ਜਿਹੜਾ ਵਿਵਾਦ ਖੜਾ ਕੀਤਾ, ਇਹ ਮੰਦਭਾਗਾ। ਇਹ ਬਿਲਕੁਲ ਨਹੀਂ ਛੇੜਨਾ ਚਾਹੀਦਾ, ਇਹ ਬੰਦ ਹੋਣਾ ਚਾਹੀਦਾ। ਮੈਂ ਤੁਹਾਡੇ ਚੈਨਲ ਰਾਹੀਂ ਵੀ ਕਹਿਣਾ, ਔਰ ਮੈਂ ਸੰਧੂ ਸਾਹਿਬ ਨੂੰ ਵੀ ਰਿਕੁਐਸਟ ਕਰਨਾ ਚਾਹਾਂਗਾ। ਸੰਧੂ ਸਾਹਿਬ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਹੋ, ਤੁਹਾਨੂੰ ਜ਼ਰੂਰ ਆਪਣੇ ਵਜ਼ੀਰਾਂ ਦੇ ਸ਼ਬਦਾਂ ਤੇ ਲਗਾਮ ਪਾਉਣੀ ਚਾਹੀਦੀ ਆ। ਮੁੱਖ ਮੰਤਰੀ ਸਾਹਿਬ ਨੂੰ ਤਾੜਨਾ ਕਰਨੀ ਚਾਹੀਦੀ ਆ ਕਿ ਕਿਸੇ ਸ਼ਰਧਾਲੂ ਨੂੰ ਮਜਬੂਰੀ ਬਸ ਜੇ ਕੋਈ ਆਇਆ ਹੀਲਾ ਵਸੀਲਾ ਕਰਕੇ ਤੇ ਉਹਨੂੰ ਕੋਈ ਸ਼ਰਾਰਤੀ ਅੰਸਰ ਕਹਿ ਕੇ ਉਹਨਾਂ ਤੇ ਕੇਸ ਬਣਾਉਣ ਦੀਆਂ ਧਮਕੀਆਂ ਦੇ ਕੇ ਇਸ ਤਰ੍ਹਾਂ ਦਾ ਮਾਹੌਲ ਜੇ ਸਿਰਜੋਗੇ। ਸੰਧੂ ਸਾਹਿਬ ਤੋਂ ਜਵਾਬ ਲੈ ਲੈਣੇ ਸੰਦੀਪ ਜੀ, ਜਿਸ ਤਰ੍ਹਾਂ ਨਾਲ ਪ੍ਰੋਫੈਸਰ ਸਾਹਿਬ ਪ੍ਰਤੀਕਿਰਿਆ ਦੇ ਰਹੇ ਨੇ, ਸੋ ਤੁਹਾਡਾ ਰਿਐਕਸ਼ਨ ਜਾਨਣਾ ਚਾਹੂੰਗਾ ਮੈਂ। ਸੋ ਕਹਿੰਦੇ ਨੇ ਕਿ ਵਜ਼ੀਰਾਂ ਨੂੰ ਕਿਤੇ ਨਾ ਕਿਤੇ ਜ਼ੁਬਾਨ ਤੇ ਲਗਾਮ ਲਗਾਉਣਾ ਚਾਹੀਦਾ, ਸ਼ਰਾਰਤੀ ਅੰਸਰ ਜਿਸ ਤਰ੍ਹਾਂ ਨਾਲ ਪ੍ਰੋਫੈਸਰ ਸਾਹਿਬ ਉਦਾਹਰਨ ਦੇ ਰਹੇ, ਇਸ ਤਰ੍ਹਾਂ ਨਾਲ ਕਹਿੰਦੇ ਨਹੀਂ ਕਹਿਣਾ ਚਾਹੀਦਾ। ਕ੍ਰਿਸ਼ਨ ਜੀ, ਪ੍ਰੋਫੈਸਰ ਸਾਹਿਬ ਨੇ ਬੜੇ, ਮੈਂ ਕਹਿੰਦਾ ਜਿਹਨੂੰ ਕਹ ਲਓ ਇੱਕ ਪੁਰਾਣੇ ਸਿਆਸਤਦਾਨ ਹੈ। ਤੁਸੀਂ ਜਿਸ ਤਰੀਕੇ ਨਾਲ ਉਹਨਾਂ ਨੇ ਸਾਰੀ ਗੱਲ ਦਾ ਜਵਾਬ ਦਿੱਤਾ ਹੈਗਾ, ਮੈਂ ਤਾਂ ਉਸ ਗੱਲ ਦਾ ਧੰਨਵਾਦ ਵੀ ਕਰਦਾ ਔਰ ਕਦਰ ਵੀ ਕਰਦਾ। ਔਰ ਜਿਹੜੇ ਬਿਆਨ ਦੀ ਗੱਲ ਕਰਦੇ ਹੈਗੇ, ਜੇ ਸਿਹਤ ਮੰਤਰੀ ਸਾਹਿਬ ਵੱਲੋਂ ਆਇਆ, ਮੈਂ ਜ਼ਰੂਰ ਕਈ ਵਾਰ ਕੀ ਹੁੰਦਾ ਹੈ ਕਿ ਕਿਸ ਕੰਟੈਕਸਟ 'ਚ ਕੋਈ ਮੰਤਰੀ ਸਾਹਿਬਾਨ ਕਹਿ ਜਾਂਦਾ, ਕਈ ਵਾਰ ਪਤਾ ਨਹੀਂ ਲੱਗਦਾ। ਪਰ ਜੇ ਇਸ ਕਿਸਮ ਦੇ ਸ਼ਬਦ ਆਇਆ ਹੈ ਕਿ ਅੱਜ ਵੀ ਸੀਐਮ ਸਾਹਿਬ ਦੇ ਨਾਲ ਐਮਐਲਏ ਸਾਹਿਬਾਨਾਂ ਦੀ ਇੱਕ ਲੰਮੀ ਮੀਟਿੰਗ ਸੀ, ਉਸ ਦੌਰਾਨ ਇਸ ਕਿਸਮ ਦਾ ਇਹ ਮਸਲਾ ਬਹੁਤ ਵਾਰੀ ਡਿਸਕਸ ਹੋਇਆ, ਵਾਰੀ-ਵਾਰੀ ਆਇਆ, ਪਰ ਕਿਤੇ ਆ ਚਰਚਾ ਦਾ ਵਿਸ਼ਾ ਨਹੀਂ ਬਣਿਆ ਕਿ ਜੀ ਉਹਨਾਂ ਤੇ ਕੋਈ ਕੇਸ ਕਰੋ ਜਾਂ ਉਹਨਾਂ ਜਦੋਂ ਆ ਕੇ ਉਹਨਾਂ ਨੂੰ ਪੜ੍ਹ ਲੈਣਾ ਹੈ। ਨਾ ਹੀ ਕਿਸੇ ਐਮਐਲਏ, ਜਿਹੜੇ ਐਮਐਲਏ ਤਰਨਤਾਰਨ ਜ਼ਿਲ੍ਹੇ ਨੂੰ ਵੀ ਜਿਹੜੇ ਬਿਲੋਂਗ ਕਰਦੇ ਆ, ਔਰ ਜਿਨ੍ਹਾਂ ਨੇ ਸ਼ਾਇਦ ਆ ਗੱਲਾਂ ਜਿਹੜੀਆਂ ਪ੍ਰੋਫੈਸਰ ਸਾਹਿਬ ਨੇ ਆਖੀਆਂ ਵੀ ਸਾਡਾ ਜ਼ਿਲ੍ਹਾ ਪਹਿਲਾਂ ਤਾਂ ਗ੍ਰੀਨ ਜ਼ੋਨ ਸੀ, ਹੁਣ ਸਾਰਾ ਕੁਝ ਹਾਲਾਤ ਹੀ ਬਦਲ ਗਏ, ਉਸ ਡਿਸਕਸ਼ਨ 'ਚ ਵੀ ਆ ਚਰਚਾ ਦਾ ਵਿਸ਼ਾ ਆਏ ਨਹੀਂ ਬਣਿਆ ਕਿ ਉਹਨਾਂ ਤੇ ਕੋਈ ਕੇਸ ਕਰੋ। ਔਰ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਇਸ ਕਿਸਮ ਦਾ ਮੇਰੇ ਹਿਸਾਬ ਦੇ ਨਾਲ ਕਿਸੇ ਕਿਸਮ ਦੀ ਇਸ ਚੀਜ਼ ਦਾ ਕੋਈ ਸੋਚ ਹੈਗੀ ਹੈ। ਸੋਚ ਸਿਰਫ ਇੰਨੀ ਕੀ ਹੈਗੀ ਹੈ ਕਿ ਜੇ ਉੱਥੋਂ ਜੇ ਚੱਲੇ ਹੈਗੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਆਖਿਆ 4 ਸਟੇਟਾਂ ਤੋਂ ਉੱਠ ਕੇ ਚੱਲੇ। ਇੱਕ ਮਿੰਟ ਮੈਂ ਤੁਹਾਨੂੰ ਥੋੜਾ ਜਿਹਾ, ਸੰਧੂ ਸਾਹਿਬ ਮੈਂ ਤੁਹਾਨੂੰ ਥੋੜਾ ਇੰਟਰਰਪਟ ਕਰ ਰਿਹਾ। ਮੈਂ ਤਾਂ ਹੁਣੇ ਨਾ ਇਹਨਾਂ ਤੇ ਜੀ ਨਿਊਜ਼ ਤੇ ਤੁਸੀਂ ਵੀ ਸੁਣਿਆ ਹੋਣਾ, ਸਾਹਿਬ ਬਲਬੀਰ ਸਿੰਘ ਸਿੱਧੂ ਦਾ ਜਿਹੜਾ ਬਾਈਟ ਆ ਰਹੀ ਸੀ, ਇਸੇ ਚੈਨਲ ਤੇ ਆਪਣਾ ਪਹਿਲਾਂ ਸੁਣਾਈ ਆ, ਮੈਂ ਤਾਂ ਉਹਦੇ ਵਿੱਚੋਂ ਹੀ ਸੁਣੀ ਆ। ਮੈਂ ਮਤਲਬ ਕੋਈ ਕਿਸੇ ਤੇ ਕਹੇ ਕੁਹਾਏ ਤੇ ਨਹੀਂ, ਸ਼ਾਇਦ ਤੁਸੀਂ ਵੀ ਸੁਣੀ ਹੋਊਗੀ। ਜੇ ਤੁਸੀਂ ਪਹਿਲਾਂ ਨਹੀਂ ਸੁਣੀ ਤਾਂ ਹੁਣ ਭਾਵੇਂ ਸੁਣ ਲਿਓ। ਪਰ ਇਹਨੂੰ ਧੰਨਵਾਦ ਤੁਹਾਡਾ, ਤੁਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਓ ਵੀ ਇਸ ਤਰ੍ਹਾਂ ਦੀਆਂ ਇੰਨਾ ਕਰੇ ਕਰਾਏ ਤੇ ਮਿੱਟੀ ਨਾ ਪੈ ਜੇ, ਕਰੇ ਕਰਾਏ ਤੇ ਨਾ ਸਾਰੀ ਗੱਲ ਖਰਾਬ। ਬਿਲਕੁਲ, ਸਾਰਿਆਂ ਨੂੰ ਇਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ। ਕੈਪਟਨ ਸਾਹਿਬ, ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ। 20 ਮੈਂਬਰੀ ਟਾਸਕ ਫੋਰਸ ਦਾ ਗਠਨ ਹੁੰਦਾ ਕਮੇਟੀ ਦਾ ਤੇ ਰਿਪੋਰਟ ਸੌਂਪ ਦਿੱਤੀ ਜਾਂਦੀ ਹੈ। ਕੀ ਲੱਗਦਾ, ਹਾਲਾਤ ਕੀ ਲੱਗਦੇ ਨੇ? ਕਰਫਿਊ ਤੋਂ ਕਦੋਂ ਤੱਕ ਨਿਜਾਤ ਮਿਲ ਜੂਗੀ? ਲੋਕਾਂ ਨੂੰ ਰਾਹਤ ਮਿਲੂਗੀ? ਜੇਕਰ ਮਿਲੂਗੀ ਤਾਂ ਕਿੰਨੇ ਕੁ ਸਮੇਂ ਤੱਕ? ਕੀ ਲੱਗਦਾ ਤੁਹਾਡੇ ਸੋਰਸ, ਤੁਸੀਂ ਸਰਕਾਰ ਦੇ ਵਿੱਚੋਂ, ਹਾਲਾਂਕਿ ਤੁਹਾਡੇ ਲਵੇ तमाम ਰਿਪੋਰਟਸ ਆਉਂਦੇ ਨੇ ਪੰਜਾਬ ਤੋਂ, ਕੀ ਲੱਗਦਾ ਹਾਲਾਤ ਪੰਜਾਬ ਦੇ ਕਿਸ ਤਰ੍ਹਾਂ ਦੇ ਨੇ? ਕ੍ਰਿਸ਼ਨ ਜੀ, ਸੋਚਾਂ ਤੇ ਵਿਚਾਰਾਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਜਾਰੀ ਹਨ। ਸੀਐਮ ਸਾਹਿਬ ਨੇ
ਅੱਜ ਕੁਝ MLA ਜਿਹੜੇ ਸਹਿਬਾਨ ਸੀ ਪਾਰਟੀ ਦੇ ਉਹਨਾਂ ਨਾਲ ਲੰਮੀ ਇੱਕ ਚਰਚਾ ਕੀਤੀ ਹੈ। ਅਗਲੇ ਕੁਝ ਦਿਨਾਂ 'ਚੋਂ ਜਿਹੜੇ ਮੇਨ ਪਾਰਟੀਆਂ ਹੈਗੇ ਉਹਨਾਂ ਦੇ ਲੀਡਰ ਸਹਿਬਾਨ ਨਾਲ ਵੀ ਗੱਲਬਾਤ ਕਰਨਗੇ। 30 ਤਰੀਕ ਨੂੰ ਕੈਬਨਿਟ ਹੈਗੀ ਹੈ, ਕੈਬਨਿਟ ਵੀ ਇਸ ਚਰਚਾ ਦੇ ਵਿੱਚ ਮਤਲਬ ਚਰਚਾ ਵਿਸ਼ਾ ਜਿਹੜਾ ਮੇਨ ਰਹੂਗਾ ਕੈਬਨਿਟ ਦੇ ਵਿੱਚ ਉਹ ਇਹੀ ਰਹੂਗਾ। ਜਿਹੜੀ ਇਹ 20 ਮੈਂਬਰੀ ਕਮੇਟੀ ਬਣਾਈ ਹੈ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਸੋਚ ਕਹਿ ਲਓ, ਕਾਂਗਰਸ ਸਰਕਾਰ ਜਾਂ ਪੰਜਾਬ ਸਰਕਾਰ ਦੀ ਸੋਚ ਮੁਤਾਬਿਕ ਉਹ 21 ਮੈਂਬਰੀ ਕਮੇਟੀ ਜਿਹੜੀ ਐਗਜ਼ਿਟ ਸਟ੍ਰੈਟਜੀ ਜਿਹਨੇ ਰਿਪੋਰਟ ਅੱਜ CM ਸਾਹਿਬ ਤੱਕ ਪਹੁੰਚਦੀ ਕਰ ਦਿੱਤੀ ਹੈਗੀ ਹੈ ਉਹ ਵੀ ਜਿਹੜੀ ਹੈਗੀ ਅਗਲੇ ਕੁਝ ਦਿਨਾਂ ਦੇ ਵਿੱਚ ਸਾਂਝੀ ਹੋਊਗੀ ਪਬਲਿਕ ਨਾਲ ਜਾਂ ਮੰਤਰੀ ਸਾਹਿਬਾਨਾਂ ਨਾਲ ਜਾਂ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਹੈਗੇ ਬਾਕੀ ਪਾਰਟੀਆਂ ਦੇ। ਸੋ ਜਦੋਂ ਸਾਰਿਆਂ ਤੋਂ ਇਸ ਕਿਸਮ ਦਾ ਫੀਡਬੈਕ ਆ ਜਾਊਗਾ ਉਸ ਤੋਂ ਬਾਅਦ ਹੀ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ। ਸੋ ਅਗਲੇ 2-3 ਦਿਨ CM ਸਾਹਿਬ ਦੀ ਕੋਸ਼ਿਸ਼ ਰਹੂਗੀ ਵੱਧ ਤੋਂ ਵੱਧ ਇਸ ਚਰਚਾ ਨੂੰ ਇਸ ਦਾ ਹਿੱਸਾ ਬਣਾਉਣਗੇ ਆਪਦੇ ਰੂਟੀਨ ਦੇ ਵਿੱਚ ਔਰ ਫਿਰ ਹੀ ਉਹ ਨਤੀਜੇ ਤੇ ਆਉਣਗੇ ਔਰ ਇਸ ਦਾ ਐਲਾਨ ਵੀ ਉਹੀ ਕਰਨਗੇ ਜਦੋਂ ਸਹੀ ਸਮਾਂ ਅਨੁਸਾਰ ਔਰ ਜਦੋਂ ਉਹਨਾਂ ਕੋਲ ਸਾਰੀ ਫੀਡਬੈਕ ਪਹੁੰਚ ਗਈ ਉਸ ਤੋਂ ਬਾਅਦ। ਬਿਲਕੁਲ ਚੀਮਾ ਸਾਹਿਬ ਕਿੱਦਾਂ ਦੇਖਦੇ ਹੋ? ਹਾਲਾਂਕਿ ਮੁੜ ਤੋਂ ਲੀਹ ਤੇ ਲਿਆਉਣ ਲਈ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ, ਸਾਰਿਆਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਰਿਪੋਰਟ ਸੌਂਪ ਦਿੱਤੀ ਗਈ ਹੈ ਜੋ ਕਮੇਟੀ ਟਾਸਕ ਫੋਰਸ ਬਣਾਈ ਗਈ ਸੀ। ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਰਿਪੋਰਟ ਜਨਤਕ ਹੋਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਉਸ ਰਿਪੋਰਟ ਦੇ ਵਿੱਚ ਉਹ ਕਮੇਟੀ ਨੇ ਕੀ ਜਿਹੜਾ ਹੈਗਾ ਲਿਖਿਆ ਗਿਆ, ਕੀ ਜਿਹੜੀਆਂ ਇੰਸਟਰਕਸ਼ਨ ਜਾਰੀ ਕੀਤੀਆਂ ਨੇ ਜਾਂ ਕੀ ਸੁਜੈਸ਼ਨ ਦਿੱਤੇ ਨੇਗੇ। ਪਰ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਸਵੇਰੇ ਅੱਜ ਤਰਨਤਾਰਨ ਤੋਂ ਫੋਨ ਆਇਆ, ਸੁਰ ਸਿੰਘ ਵਾਲਾ ਪਿੰਡ ਤੋਂ ਜਸਵੀਰ ਸਿੰਘ ਸੁਰ ਸਿੰਘ ਵਾਲਾ ਨੇ ਫੋਨ ਕੀਤਾ ਕਿ ਜਿਹੜੇ ਸਾਡੇ ਪਿੰਡ ਦੇ ਕੁਆਰੰਟਾਈਨ ਕੀਤੇ ਨੇ ਜਿਹੜੇ ਅੱਜ ਜਿਹੜੇ ਐਡਮਿਟ ਨੇ ਹਸਪੀਟਲ ਦੇ ਵਿੱਚ ਜਿਹੜੇ ਪੋਜ਼ਿਟਿਵ ਨੇਗੇ ਉਹਨਾਂ ਵੱਲ ਕੋਈ ਸਰਕਾਰ ਦਾ ਧਿਆਨ ਨਹੀਂ ਹੈਗਾ। ਉਹ ਜਦੋਂ ਦੇ ਐਡਮਿਟ ਹੋਏ ਨੇ ਉਹਨਾਂ ਦੇ ਉਹੀ ਕੱਪੜੇ ਨੇਗੇ। ਉਹਨਾਂ ਨੂੰ ਸਵੇਰੇ 9:30 ਪੌਣੇ 10 ਆਇਆ ਸੀ, ਉਹਨਾਂ ਨੇ ਦੱਸਿਆ ਮੈਨੂੰ ਵੀ 9:30 ਪੌਣੇ 10 ਵਜੇ ਤੱਕ ਨਾ ਕੋਈ ਪਾਣੀ ਨਾ ਕੋਈ ਚਾਹ। ਸੋ ਇਹ ਪੋਜੀਸ਼ਨ ਉਸ ਹਸਪੀਟਲ ਦੀ ਬਣੀ ਹੈ। ਸੰਧੂ ਸਾਹਿਬ ਬੈਠੇ ਨੇਗੇ, ਮੈਂ ਅੱਜ ਸੱਭਰਵਾਲ ਸਾਹਿਬ ਜਿਹੜੇ ਡਿਪਟੀ ਕਮਿਸ਼ਨਰ ਨੇ ਉੱਥੇ ਦੇ ਉਹਨਾਂ ਨੂੰ 2-3 ਵਾਰ ਫੋਨ ਤੇ ਟਰਾਈ ਕੀਤਾ ਪਰ ਨਹੀਂ ਗੱਲ ਨਹੀਂ ਹੋ ਸਕੀ। ਸੋ ਮੇਰਾ ਕਹਿਣ ਦਾ ਭਾਵ ਆ ਵੀ ਅਸੀਂ ਬੇਸਿਕ ਜਿੱਥੇ ਕੋਈ ਕੰਮ ਕਰਨਾ ਉੱਥੇ ਨਹੀਂ ਕੰਮ ਕਰਦੇ, ਅਸੀਂ ਕ੍ਰੈਡਿਟ ਬਾਰ ਚ ਪਏ ਹੋਏ ਆ। ਚਲੋ ਮੈਂ ਸਵਾਲ ਲੈ ਲੈਣਾ, ਤੁਹਾਡਾ ਸਵਾਲ ਮੈਂ ਸੰਧੂ ਸਾਹਿਬ ਤੋਂ ਲੈਣਾ। ਕੈਪਟਨ ਸਾਹਿਬ ਜਿਵੇਂ ਗੱਲ ਕੰਪਲੀਟ ਕਰ ਲਾਂ ਜੀ ਚੀਮਾ ਸਾਹਿਬ ਦੀ ਗੱਲ ਜਿਹੜੀਆਂ ਬੱਸਾਂ ਉੱਥੋਂ ਚੱਲੀਆਂ ਮੈਂ ਦੇਖੀਆਂ ਉਹਨਾਂ ਬੱਸਾਂ ਦੇ ਉੱਤੇ ਸ਼ਰਧਾਲੂਆਂ ਨੇ ਮੈਨੂੰ ਫੋਟੋਆਂ ਭੇਜੀਆਂ ਕਿਉਂਕਿ ਮੇਰੇ ਹਲਕੇ ਦੇ ਇੱਕ ਸ਼ਮਸ਼ੇਰ ਸਿੰਘ ਨੇਗੇ ਸਾਬਕਾ ਸਰਪੰਚ ਉਹਨੇ ਸੁਖਵੀਰ ਸਿੰਘ ਗਏ ਹੋਏ ਨੇ ਕਿ ਉੱਥੇ ਕਿਸ ਤਰ੍ਹਾਂ ਨਾਮ ਲਿਖੇ ਹੋਏ ਨੇਗੇ ਵੀ ਇਹ ਬੱਸ ਫਲਾਣਾ ਭੇਜ ਰਿਹਾ ਬੱਸ ਫਲਾਣਾ ਭੇਜ ਰਿਹਾ। ਇਸ ਤਰ੍ਹਾਂ ਦੀ ਰਾਜਨੀਤੀ ਚ ਪਏ ਹੋਏ ਆ, ਕੋਈ ਰੋਡ ਮੈਪ ਸਾਡੇ ਕੋਲ ਤਿਆਰ ਹੈ ਨਹੀਂ। ਇਹ ਸ਼ਰਧਾਲੂ ਆਉਣਗੇ ਕਿਸ ਤਰ੍ਹਾਂ ਰੱਖਣੇ ਨੇ, ਕਿਸ ਤਰ੍ਹਾਂ ਟੈਸਟ ਕਰਨੇ ਨੇਗੇ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਇਸ ਬਿਮਾਰੀ ਤੋਂ ਬਚਾ ਕੇ ਰੱਖਣਾ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਅਲੱਗ ਕੇ ਰੱਖਣਾਗਾ। ਸੋ ਅਸੀਂ ਰੋਡ ਮੈਪ ਤਿਆਰ ਕਰਨ ਦੀ ਬਜਾਏ ਫੋਕੀ ਸ਼ੋਰਤ ਚ ਪਏ ਹੋਏ ਆਗੇ। ਸੋ ਨਹੀਂ ਹੋਣੀ ਚਾਹੀਦੀ ਪਲੀਜ਼, ਸਿਆਸਤ ਨਹੀਂ ਹੋਣੀ ਚਾਹੀਦੀ ਇਸ ਮੌਕੇ ਤਾਂ ਖਾਸ ਕਰਕੇ ਨਹੀਂ ਹੋਣੀ ਚਾਹੀਦੀ ਕਿਉਂਕਿ ਮਹਾਮਾਰੀ ਘੋਸ਼ਿਤ ਹੋ ਚੁੱਕੀ। ਕੈਪਟਨ ਸਾਹਿਬ ਜਿਸ ਤਰ੍ਹਾਂ ਨਾਲ ਚੀਮਾ ਸਾਹਿਬ ਕਹਿ ਰਹੇ ਨੇ ਕਿ ਸੁਰ ਸਿੰਘ ਵਾਲਾ ਤੋਂ ਇੱਕ ਵਿਅਕਤੀ ਦਾ ਫੋਨ ਹੁੰਦਾ ਹੈ ਤੇ ਉਹ ਕਹਿੰਦੇ ਨੇ ਕਿ ਕੁਆਰੰਟਾਈਨ ਕੀਤਾ ਹੋਇਆ ਪਰ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ। ਮੈਂ ਕੁਝ ਸਮਾਂ ਤੁਹਾਨੂੰ ਪਿੱਛੇ ਲੈ ਕੇ ਜਾਣਾ, ਜਿਸ ਤਰ੍ਹਾਂ ਨਾਲ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਦੀ ਇੱਕ ਆਡੀਓ ਤੁਸੀਂ ਵੀ ਸੁਣੀ ਹੋਊਗੀ, ਕਾਫੀ ਚਰਚਿਤ ਹੋਈ ਹੈ ਮੀਡੀਆ ਦੇ ਵਿੱਚ। ਉਹ ਵੀ ਇੱਕੋ ਹੀ ਗੱਲ ਦਾ ਜ਼ਿਕਰ ਕਰਦੇ ਸੀ ਕਿ ਇਲਾਜ ਨਹੀਂ ਹੋ ਰਿਹਾ, ਬੇਟਾ ਮੈਨੂੰ ਦਵਾਈ ਨਹੀਂ ਦੇ ਰਹੀ। ਇਸ ਤਰ੍ਹਾਂ ਦੀਆਂ ਤਮਾਮ ਗੱਲਾਂ ਸੀ, ਕਾਫੀ ਇਮੋਸ਼ਨਲੀ ਗੱਲਾਂ ਸੀ। ਤੇ ਚੀਮਾ ਸਾਹਿਬ ਵੱਲੋਂ ਜੋ ਹੁਣ ਤੱਥ ਰੱਖੇ ਗਏ ਨੇ, ਕੀ ਲੱਗਦਾ ਇਸ ਮਸਲੇ ਤੇ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ ਜਾਂ ਹੋਰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ ਇਸ ਮਸਲੇ ਤੇ? ਦੇਖੋ ਲੀਡਰ ਆਫ ਆਪੋਜੀਸ਼ਨ ਹੈ ਸਰਦਾਰ ਚੀਮਾ ਸਾਹਿਬ, ਸੂਝਵਾਨ ਹੈ। ਜਿਹੜੀ ਇਹਨਾਂ ਨੇ ਗੱਲ ਆਖੀ ਹੋਊਗੀ ਬੜੀ ਉਸ ਮੁਤਾਬਿਕ ਇਹਨਾਂ ਨੂੰ ਸਹੀ ਖਬਰ ਪਹੁੰਚੀ ਹੋਊਗੀ ਤਾਂ ਹੀ ਤੁਹਾਡੇ ਚੈਨਲ ਰਾਹੀਂ ਉਹ ਗੱਲ ਦੱਸ ਰਿਹਾ। ਪਰ ਮੈਂ ਤਕਰੀਬਨ ਮੇਰੀ ਕੁਦਰਤੀ ਅੱਜ 2:45 ਵਜੇ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਤਰਨਤਾਰਨ ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਉਹਨਾਂ ਦੇ ਦੱਸਣ ਮੁਤਾਬਿਕ ਇਹੀ ਸੀ ਜੀ ਸਾਰੇ ਕੁਆਰੰਟਾਈਨ ਕਰ ਦਿੱਤੇ ਗਏ ਆ ਔਰ ਜਿਹੜੇ ਪ੍ਰੀਕਾਸ਼ਨਸ ਜਾਂ ਜਿਹੜਾ ਡਾਕਟਰਸ ਨੇ ਉਹਨਾਂ ਨੂੰ ਐਡਵਾਈਜ਼ਰੀ ਮੁਤਾਬਿਕ ਜੋ ਡਾਕਟਰਸ ਦਾ ਰੋਲ ਹੁੰਦਾ ਜਦੋਂ ਇੱਕ ਕੋਈ ਪੋਜ਼ਿਟਿਵ ਪੇਸ਼ੈਂਟ ਹੁੰਦਾ ਹੈ ਸਿੰਪਟੋਮੈਟਿਕ ਜਾਂ ਐਸਿਮਟੋਮੈਟਿਕ ਨੂੰ ਦੇਖ ਕੇ ਉਹ ਸਾਰੀ ਜਿਹੜੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ। ਪਰ ਕਿਉਂਕਿ ਚੀਮਾ ਸਾਹਿਬ ਨੇ ਹੁਣ ਸ਼ਾਮ ਨੂੰ ਇਹ 8 ਵਜੇ ਤੁਹਾਡੇ ਸ਼ੋਅ ਰਾਹੀਂ ਇਹ ਗੱਲ ਦਾ ਜ਼ਿਕਰ ਕੀਤਾ, ਮੇਰੀ ਡਿਊਟੀ ਬਣੂਗੀ ਕਿ ਮੈਂ ਦੁਬਾਰਾ DC ਤਰਨਤਾਰਨ ਨਾਲ ਗੱਲ ਕਰਕੇ ਇਸ ਸ਼ੋਅ ਤੋਂ ਬਾਅਦ ਚੀਮਾ ਸਾਹਿਬ ਨੂੰ ਫੋਨ ਕਰਕੇ ਸਾਰੀ ਡਿਟੇਲਸ ਦੱਸ ਸਕਾਂ ਕਿ ਉੱਥੇ ਕੀ ਸਟੈਪ ਐਡਮਿਨਿਸਟ੍ਰੇਸ਼ਨ ਤੱਕ ਲੈ ਗਏ ਹੈ ਤਾਂ ਕਿ ਕਿਉਂਕਿ ਲੀਡਰ ਆਫ ਆਪੋਜੀਸ਼ਨ ਹੈ ਤਾਂ ਮੇਰੀ ਡਿਊਟੀ ਬਣਦੀ ਹੈ ਨਾ ਪ੍ਰਤੀ ਇਹ ਇਨਫੋਰਮੇਸ਼ਨ ਪਹੁੰਚਾਵਾਂ। ਦੂਜੀ ਗੱਲ ਕੀਤੀ ਸ਼ਰਧਾਲੂਆਂ ਨੂੰ ਲੈ ਕੇ ਜਾਂ ਕ੍ਰੈਡਿਟ ਵਾਰ ਨੂੰ ਲੈ ਕੇ, ਮੈਂ ਤਾਂ ਜੀ ਆ ਸ਼ੋਅ ਦੇ ਵਿੱਚ 40 ਮਿੰਟ ਦਾ ਬੈਠਾ, ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਸੇ ਗੱਲ ਦਾ ਸਰਕਾਰ ਦਾ
ਕੋਈ ਕ੍ਰੈਡਿਟ ਲੈਣ ਦੀ ਗੱਲ ਕਰਦਾ, ਮੈਂ ਤਾਂ ਪ੍ਰੋਫੈਸਰ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ ਚੀਮਾ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਅੱਜ ਤੱਕ ਆਪਾਂ ਸਾਰੇ ਆਲ ਪਾਰਟੀਆਂ ਨੇ ਬਹੁਤ ਹੀ ਰਿਸਪੌਂਸਿਬਲ ਤਰੀਕੇ ਨਾਲ ਇਹ ਸਮਾਂ ਹੰਢਾਇਆ ਹੈ ਔਰ ਹੰਢਾ ਰਹੇ ਹੈ। ਔਰ ਜੇ ਇਸ ਕਿਸਮ ਦੀ ਸੋਚ ਹੈ ਕਿ ਕਿਤੇ ਨਾ ਕਿਤੇ, ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਕਈ ਵਾਰ ਨਾ ਸਭ ਆਪਾਂ, ਇੱਕ ਅੰਗਰੇਜ਼ੀ ਦਾ ਵਰਡ ਹੁੰਦਾ ਹਾਈਂਡਸਾਈਟ, ਵੀ ਬਾਅਦ ਚ ਆਪਾਂ ਸੋਚਦੇ ਆਪਾਂ ਨੂੰ ਆਹ ਕਰ ਲੈਣਾ ਚਾਹੀਦਾ ਸੀ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਇਹ ਵੀ ਬੇਨਤੀ ਕਰੂੰਗਾ, ਇੰਨੇ ਸੀਨੀਅਰ ਲੀਡਰ ਹੈ ਦੋਨੋਂ ਹੀ, ਪ੍ਰੋਫੈਸਰ ਸਾਹਿਬ ਤਾਂ ਖੈਰ ਬਹੁਤ ਸੀਨੀਅਰ ਹੈ, ਵੀ ਜੇ ਇਹੋ ਜਿਹੇ ਮਨ ਚ ਕੋਈ ਇਹੋ ਜਿਹਾ ਸੁਝਾਅ ਹੈਗੇ ਭਾਵੇਂ ਲੋਕਡਾਊਨ ਨੂੰ ਲੈ ਕੇ ਵਧਾਉਣ ਨੂੰ, ਭਾਵੇਂ ਇਸ ਕਿਸਮ ਦੀ ਤਿਆਰੀਆਂ ਦੀ ਕਮੀ ਨੂੰ, ਡਿਬੇਟ ਦਾ ਤਾਂ ਚਲੋ ਵਿਸ਼ਾ ਬਣਨਾ ਹੀ ਚਾਹੀਦਾ ਔਰ ਵਿਸ਼ੇ ਦੇ ਵਿੱਚੋਂ ਹੀ ਗੱਲਾਂ ਨਿਕਲਦੀਆਂ, ਪਰ ਜੇ ਕੋਈ ਵੀ ਹੁਣ ਤਾਂ ਜ਼ਰੂਰ ਸਰਕਾਰ ਤੱਕ ਪਹੁੰਚਦੇ ਕਰਨ, ਮੈਨੂੰ ਹੁਕਮ ਕਰਨ, ਮੈਂ ਹਾਜ਼ਰ ਹੋ ਕੇ ਜਿੱਥੋਂ ਇਹ ਕਹਿਣਗੇ ਕੋਈ ਚਿੱਠੀ ਹੋਊਗੀ ਮੈਂ ਲੈ ਕੇ ਸੀਐਮ ਸਾਹਿਬ ਤੱਕ ਪਹੁੰਚਾਊਂਗਾ, ਤਾਂ ਕਿ ਇਸ ਲੜਾਈ ਨੂੰ ਇਸੇ ਤਰੀਕੇ ਨਾਲ, ਉਸੇ ਜਜ਼ਬੇ ਨਾਲ, ਉਸੇ ਸੱਚਾਈ ਨਾਲ ਲੜਿਆ ਜਾਵੇ ਜਿਸ ਨਾਲ ਅੱਜ ਤੱਕ ਸਾਰੀਆਂ ਪਾਰਟੀਆਂ ਮਿਲ ਕੇ ਲੜ ਰਹੀਆਂ। ਬਿਲਕੁਲ। ਜਗਦੀਪ ਸਿੰਘ ਸੰਧੂ ਐਸੋਸੀਏਟ ਐਡੀਟਰ ਨੇ ਸਾਡੇ ਨਾਲ ਨੇ, ਮੈਂ ਉਹਨਾਂ ਤੋਂ ਵੀ ਇੱਕ ਸਵਾਲ ਲਵਾਂਗਾ। ਸੰਧੂ ਸਾਹਿਬ, ਅੱਜ ਜਿਸ ਤਰ੍ਹਾਂ ਨਾਲ ਪੂਰੇ ਅਸੀਂ ਇਸ ਮਸਲੇ ਤੇ ਚਰਚਾ ਕਰ ਰਹੇ ਹਾਂ, ਤੁਸੀਂ ਇਸ ਐਂਗਲ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ? ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਤੇ ਤੁਹਾਡਾ ਕੋਈ ਸੁਝਾਅ? ਕਿਸ਼ਨ, ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਸਾਡੇ ਬੱਚੇ ਕੋਟਾ 'ਚ ਫਸੇ ਹੈ ਜਾਂ ਨੰਦੇੜ ਤੋਂ ਸ਼੍ਰੀ ਹਜੂਰ ਸਾਹਿਬ ਤੋਂ ਜਿਹੜੇ ਸਾਡੇ ਸਿੱਖ ਯਾਤਰੀ ਸੀ ਉਹ ਆਣੇ ਚਾਹੀਦੇ ਵਾਪਸ, ਔਰ ਦਿੱਲੀ ਦੇ ਗੁਰਦੁਆਰਾ ਮਜਨੂ ਕਾ ਟਿੱਲਾ ਤੋਂ ਵੀ ਬਹੁਤ ਸਾਰੇ ਜਿਹੜੇ ਲੋਕ ਸਾਡੇ ਫਸੇ ਉਹਨਾਂ ਨੂੰ ਲਿਆਉਣਾ ਚਾਹੀਦਾ। ਲੇਕਿਨ ਇੱਕ ਵੱਡਾ ਸਵਾਲ ਇਹ ਹੈ ਜਿਹੜੀ ਕਿ ਇੱਕ ਵਾਰ-ਵਾਰ ਆਵਾਜ਼ ਉੱਠ ਰਹੀ ਹੈ, ਕਰੀਬ 40 ਤੋਂ 50 ਲੱਖ ਜਿਹੜੇ ਆ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਨੇ, ਜਿਨ੍ਹਾਂ 'ਚ ਬਹੁਤ ਜ਼ਿਆਦਾ ਪੱਕੇ ਤੌਰ ਤੇ ਰਹਿ ਰਹੇ, ਔਰ ਕਰੀਬ 8 ਤੋਂ 10 ਲੱਖ ਲੋਕ ਐਸੇ ਨੇ ਜਿਹੜੇ ਹਰ ਸਾਲ ਆ ਕੇ ਉਹ ਚਲੇ ਜਾਂਦੇ ਆ, ਸੀਜ਼ਨ ਦੇ ਵਾਈਜ਼ ਆਉਂਦੇ ਆ, ਉਹ ਵੀ ਆਪਣੇ ਪਰਿਵਾਰਾਂ ਤੋਂ ਬਹੁਤ ਦੂਰ ਨੇ। ਉਹਨਾਂ ਦਾ ਸਵਾਲ, ਉਹਨਾਂ ਵੱਲੋਂ ਮੈਂ ਸਵਾਲ ਕਰਨਾ ਚਾਹ ਰਿਹਾ ਕਿ ਇਹ ਵਿਤਕਰਾ ਨਹੀਂ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਲੈ ਕੇ ਆਉਣ ਦੇ ਰਹੇ ਹਾਂ, ਲੇਕਿਨ ਅਗਰ ਉਹ ਜਾਣਾ ਚਾਹ ਰਹੇ ਆ, ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ। ਤਾਂ ਮੇਰਾ ਸਵਾਲ ਇਹਨਾਂ ਤਿੰਨਾਂ ਲੀਡਰਾਂ ਨੂੰ ਇਹ ਹੈ ਕਿ ਇਹੋ ਜਿਹਾ ਵਿਤਕਰਾ ਕਿਉਂ? ਠੀਕ ਹੈ, ਜਿਹੜੇ ਸਾਡੇ ਪੰਜਾਬੀ ਭਰਾ ਜਿਹੜੇ ਸਟੇਟ ਤੋਂ ਬਾਹਰ, ਉਹਨੂੰ ਤੇ ਆਣੇ ਚਾਹੀਦਾ, ਲੇਕਿਨ ਜੋ ਲੋਕ ਇੱਥੇ ਫਸੇ ਹੋਏ ਆ, ਬਹੁਤ ਸਾਰੇ ਸਟੂਡੈਂਟਸ ਨੇ ਬਾਹਰ ਦੀ ਸਟੇਟਸ ਹੈ, ਉਹਨਾਂ ਨੂੰ ਹੀ ਭੇਜਿਆ ਗਿਆ, ਲੇਕਿਨ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਖਾਣਾ ਨਹੀਂ ਪਹੁੰਚ ਰਿਹਾ। ਤੇ ਲੱਗਦਾ ਸਰਕਾਰ ਨੂੰ ਕੋਈ ਕਦਮ ਉਠਾਉਣਾ ਚਾਹੀਦਾ, ਜਾਂ ਓਪੋਜੀਸ਼ਨ ਉਹਦਾ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇਗੀ ਜਾਂ ਮਿਹਨਤ ਕਰੇਗੀ? ਸੰਦੀਪ ਸੰਧੂ ਜੀ, ਮੈਂ ਪਹਿਲਾਂ ਜਵਾਬ ਦੇਣਾ ਚਾਹੂੰਗਾ। ਬੜਾ ਇਹ ਵੀ ਬੜਾ ਜਿਹਨੂੰ ਕਹਿ ਲਓ ਬੜਾ ਇੰਪੋਰਟੈਂਟ ਸਵਾਲ ਹੈ। ਅੱਜ ਵੀ ਇਹ ਵਿਸ਼ਾ ਦਾ ਜਿਹੜਾ ਵਿਸ਼ਾ ਡਿਸਕਸ ਹੋਇਆ। ਦੇਖੋ, ਸੀਐਮ ਸਾਹਿਬ ਰੈਗੂਲਰਲੀ ਯੂਪੀ ਦੇ ਮੁੱਖ ਮੰਤਰੀ ਨਾਲ ਇਨ ਟੱਚ ਹੈਗੇ ਆ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਜੀ ਨਾਲ ਇਨ ਟੱਚ ਹੈਗੇ ਆ, ਜਿਹੜੇ ਆਪਣੇ ਉੱਤਰਾਖੰਡ ਹੈਗੇ ਆ ਇੱਥੋਂ ਦੇ ਮੁੱਖ ਮੰਤਰੀ ਨਾਲ ਇਨ ਟੱਚ ਹੈਗੇ ਆ, ਛੱਤੀਸਗੜ੍ਹ ਦੇ ਮੁੱਖ ਮੰਤਰੀ ਨਾਲ ਇਨ ਟੱਚ ਹੈਗੇ ਆ। ਮਤਲਬ ਇੱਥੋਂ ਮੈਜੋਰਿਟੀ ਆਫ ਦਾ ਪੋਪੂਲੇਸ਼ਨ, ਜਿਹੜੀ ਮਾਈਗ੍ਰੈਂਟ ਪੋਪੂਲੇਸ਼ਨ ਹੈ, ਉਹ ਮੂਵ ਕਰਦੀ ਹੈ। ਸਾਰਿਆਂ ਵੱਲੋਂ ਇਹੀ ਬੇਨਤੀ ਜਾਂ ਡਿਸਕਸ਼ਨ ਦੇ ਵਿੱਚ ਜੋ ਆਈ, ਉਹ ਇਹੀ ਆਈ ਕਿ ਜੀ ਵੀ ਤੁਸੀਂ ਜਿਹੜੀ ਸਾਡੀ ਇੱਥੇ ਪੋਪੂਲੇਸ਼ਨ ਮਾਈਗ੍ਰੈਂਟ ਵਰਕਰ ਸਾਡੇ ਸਟੇਟ ਦੇ ਤੁਹਾਡੇ ਕੋਲ ਬੈਠੇ ਆ, ਇੱਕ ਹੀ ਤੁਹਾਨੂੰ ਇਹ ਹੈਗੀ ਹੈ ਕਿ ਤੁਸੀਂ ਇਹਨਾਂ ਨੂੰ ਆਪਦੇ ਕੋਲ ਰੱਖੋ, ਇਨਸ਼ੋਰ ਕਰੋ ਕਿ ਖਾਣਾ ਮਿਲੇ, ਕੋਈ ਇਹਨਾਂ ਨੂੰ ਤਕਲੀਫ ਨਾ ਆਵੇ। ਸਾਡਾ ਨੰਦੇੜ ਸਾਹਿਬ ਜਾਂ ਕੋਟਾ ਜਾਂ ਜੈਸਲਮੇਰ ਤੋਂ ਪੰਜਾਬ ਗਵਰਨਮੈਂਟ ਦੀ ਆਪਦੀ ਇੱਕ ਨਿੱਜੀ ਐਫਰਟ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ, ਔਰ ਸਾਰੇ ਆਪੋਜੀਸ਼ਨਸ ਨੇ ਜਿਹੜੀਆਂ ਪਾਰਟੀਆਂ ਉਹਨਾਂ ਵੱਲੋਂ ਵੀ ਵਾਰੀ-ਵਾਰੀ ਇਸ ਗੱਲ ਤੇ ਕਾਫੀ ਵਾਰ ਇਸ ਨੂੰ ਡਿਸਕਸ ਕੀਤਾ ਗਿਆ। ਜੇ ਇਸ ਕਿਸਮ ਦੀ ਬੇਨਤੀ ਨਿਤਿਸ਼ ਜੀ ਜਾਂ ਯੋਗੀ ਜੀ ਜਾਂ ਛੱਤੀਸਗੜ੍ਹ ਦੇ ਮੰਤਰੀ ਰਮਨ ਜੀ ਜਾਂ ਕੋਈ ਵੀ ਕਰਨਗੇ ਤਾਂ ਪੰਜਾਬ ਸਰਕਾਰ ਨੂੰ ਉਸ ਨੂੰ ਉਸ ਤਰੀਕੇ ਨਾਲ ਜ਼ਰੂਰ ਦੇਖੋਗੀ। ਠੀਕ ਹੈ, ਬਿਲਕੁਲ। ਸੋ ਸਰਕਾਰ ਦੇਖੇਗੀ। ਮਾਫੀ ਚਾਹੁੰਦੇ ਹਾਂ ਚੀਮਾ ਸਾਹਿਬ, ਸਵਾਲ ਤੁਹਾਡਾ ਜਵਾਬ ਨਹੀਂ ਲੈ ਸਕਿਆ ਕਿਉਂਕਿ ਸਮੇਂ ਦੀ ਬਹੁਤ ਘਾਟ ਹੈ, ਤੇ ਮੈਂ ਧੰਨਵਾਦ ਕਰਨਾ ਚਾਹੂੰਗਾ ਉਹਨਾਂ ਬੁਲਾ ਰਹੇ ਵਿਅਕਤੀ ਸੀ, ਉਹਨਾਂ ਨੂੰ ਜਿਹੜਾ ਹੈਗਾ ਦਿੱਲੀ 'ਚ ਕੁਆਰੰਟਾਈਨ ਕੀਤਾ ਹੋਇਆ, ਉਹਨਾਂ ਨੂੰ ਦਿੱਲੀ 'ਚ ਜਿਹੜੀਆਂ ਅਲੱਗ ਤੋਂ ਸਹੂਲਤਾਂ ਮਿਲ ਰਹੀਆਂ ਨੇਗੀਆਂ। ਕ੍ਰਿਸ਼ਨ ਜੀ, ਮੈਂ ਗੱਲ ਦੱਸਣਾ ਚਾਹੁੰਦਾ ਜੀ ਚੀਮਾ ਸਾਹਿਬ ਜੀ, ਰੱਖ ਸਕਦੇ। ਪੰਜਾਬ ਸਰਕਾਰ ਟਾਈ ਅਪ, ਜਦੋਂ ਵੀ ਟਾਈ ਅਪ ਕਰੂਗੀ ਉਸੇ ਸਮੇਂ ਜਿਹੜੇ ਉਹ ਵਾਪਸ ਆ ਸਕਦੇ ਨੇ। ਸਾਡੇ ਵੱਲੋਂ ਬਿਲਕੁਲ ਸਹਿਯੋਗ ਆ। ਸਾਰੇ ਵਿਅਕਤੀ ਇੱਕ ਜਗ੍ਹਾ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਜਾ ਕੇ ਉਹਨਾਂ ਨੂੰ ਪੂਰਾ ਖਾਣ ਪੀਣ ਰਹਿਣ ਸਹਿਣ ਦਿੱਤਾ ਜਾ ਰਿਹਾ, ਪੂਰਾ ਉਹਨਾਂ ਦਾ ਪ੍ਰੋਪਰ ਇਲਾਜ ਹੋ ਰਿਹਾ ਹੈਗਾ ਦਿੱਲੀ ਦੇ ਵਿੱਚ। ਚੰਦੂ ਮਾਜਰਾ ਸਾਹਿਬ, ਆਖਰੀ ਰਿਐਕਸ਼ਨ ਤੁਹਾਡਾ, ਫਿਰ ਆਪਾਂ ਸਮਾਪਤ ਕਰਾਂਗੇ ਜੀ। ਜਗਦੀਪ ਜੀ, ਗੱਲ ਇਹ ਆ, ਸੌਰੀ ਆਪਣਾ ਕ੍ਰਿਸ਼ਨ ਜੀ, ਜਗਦੀਪ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਇਹਦਾ ਉਲਟਾ ਸਗੋਂ ਗੱਲ ਵੀ ਪੰਜਾਬ ਦੇ ਲੋਕ ਤੇ ਪੰਜਾਬ ਸਰਕਾਰ ਸਾਰੇ ਚਾਹੁੰਦੇ ਨੇ ਵੀ ਜਿਹੜੇ ਪ੍ਰਵਾਸੀ ਲੋਕ ਨੇ ਉਹ ਪੰਜਾਬ 'ਚ ਹੀ ਰਹਿਣ, ਕਿਉਂਕਿ ਉਹ ਇੱਥੇ ਮਜ਼ਦੂਰੀ ਕਰਨ, ਕਾਰੋਬਾਰ ਕਰਨ ਲਈ, ਮਿਹਨਤ ਕਰਨ ਲਈ ਆਏ ਨੇ। ਤੇ ਇਹ ਕੋਈ ਨਹੀਂ ਕਹਿ ਸਕਦਾ ਵੀ ਜਿਹੜਾ ਇੱਥੇ ਕੋਈ ਪ੍ਰਵਾਸੀ ਆਇਆ ਉਹਨੂੰ ਰੋਟੀ ਨਾ ਮਿਲੀ ਹੋਵੇ।
ਭਾਵੇਂ ਕਿਸੇ ਤਰ੍ਹਾਂ ਵੀ ਕਿਸੇ ਸੰਸਥਾ ਨੇ ਕੀਤੀ ਆ, ਮਤਲਬ ਹਰ ਇੱਕ ਨੇ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ, ਮੋਹਾਲੀ ਦੀ ਗੱਲ ਕਿਸੇ ਨੂੰ ਕਰੀਏ, ਕੋਈ ਤੰਗੀ ਨਹੀਂ ਆਉਂਦੀ। ਮੋਹਾਲੀ ਵਿੱਚ DC ਆਫਿਸ ਤੋਂ ਕਰੀਬ 100 ਕਰਦੇ ਆ ਵੀ ਉਹ ਇੱਥੇ ਹੀ ਰਹਿਣ ਮੀਟਰ ਤਾਂ ਦੂਰ ਕਿ ਉੱਥੇ ਵੀ ਖਾਣਾ ਨਹੀਂ ਪਹੁੰਚ ਰਿਹਾ। ਪੰਜਾਬ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਚਲਾਉਣਾ ਬਿਲਕੁਲ। ਉਹ ਚੱਲਦਾ ਸੋ ਰਹੇ। ਬਿਲਕੁਲ ਇਸ ਮਸਲੇ ਤੇ ਵੀ ਧਿਆਨ ਦੇਣਾ ਚਾਹੀਦਾ, ਜਿਸ ਤਰ੍ਹਾਂ ਨਾਲ ਸਾਡੇ ਐਸੋਸੀਏਟ ਐਡੀਟਰ ਜਗਦੀਪ ਸਿੰਘ ਸੰਧੂ ਨੇ तमाम ਗੱਲਾਂ ਰੱਖੀਆਂ ਤੇ ਜਿਸ ਤਰ੍ਹਾਂ ਨਾਲ ਅਸੀਂ ਚਰਚਾ ਕਰ ਰਹੇ ਹਾਂ। ਚੌਧਰੀ ਮਾਜਰਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਕੈਪਟਨ ਸਾਹਿਬ ਤੁਹਾਡਾ ਵੀ ਧੰਨਵਾਦ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਐਸੋਸੀਏਟ ਐਡੀਟਰ ਸਾਡਾ ਜਗਦੀਪ ਸਿੰਘ ਸੰਧੂ ਜੀ, ਸੰਧੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਸਵਾਲ ਸੀ ਦਰਸ਼ਕਾਂ ਤੋਂ ਜਿਸ ਦਾ ਜਵਾਬ ਆ ਚੁੱਕਿਆ, ਸ਼ਰਧਾਲੂਆਂ ਨੂੰ ਬਿਨਾਂ ਇਕਾਂਤਵਾਸ ਘਰ ਭੇਜਣਾ ਕੀ ਸਰਕਾਰ ਦੀ ਲਾਪਰਵਾਹੀ ਹੈ? ਸੋ 92% ਲੋਕ ਮੰਨਦੇ ਨੇ ਕਿ ਬਿਲਕੁਲ ਲਾਪਰਵਾਹੀ ਹੈ, ਸ਼ਰਧਾਲੂਆਂ ਨੂੰ ਬਿਨਾਂ ਇਕਾਂਤਵਾਸ ਤੋਂ ਘਰ ਭੇਜ ਦੇਣਾ ਸਰਕਾਰ ਦੀ ਲਾਪਰਵਾਹੀ ਹੈ। 92% ਲੋਕਾਂ ਦੀ ਹਾਂ ਦੇ ਵਿੱਚ ਰਾਏ ਆਈ ਹੈ।